ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 17 ਫਰਵਰੀ ਦਿਨ ਬੁੱਧਵਾਰ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਇਹਨਾਂ ਦੇ ਆਫਿਸ ਨੰਬਰ 408-272-2500 ਦੇ ਉੱਤੇ 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 9900-209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਸਾਰਿਆਂ ਦਾ ਹੀ ਨਜ਼ਰ ਸੀਗੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੇ ਉੱਤੇ। ਕਾਂਗਰਸ ਜੇਤੂ, ਭਾਜਪਾ ਸਾਫ਼, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਾਲੇ ਥੋੜ੍ਹੀਆਂ ਸੀਟਾਂ ਲੈਣ 'ਚ ਕਾਮਯਾਬ ਰਹੇ। ਦੇਖੋ, ਇਲੈਕਸ਼ਨ ਤੇ ਹੋ ਗਿਆ ਵਾ, ਪਰ ਹੁਣ ਇਲੈਕਸ਼ਨ ਤੋਂ ਬਾਅਦ ਜਸ਼ਨ ਮਨਾ ਰਹੀ ਹੈ ਕਾਂਗਰਸ ਦੀ ਸਰਕਾਰ। ਪਰ ਸਾਡੇ ਪੰਜਾਬੀਆਂ ਦੀ ਰਾਜਨੀਤੀ ਵੀ ਬੜੀ ਨਿਰਾਲੀ ਆ। ਜਿਵੇਂ ਬਾਬਾ ਨਿਰਾਲਾ ਇੱਕ ਕਰੈਕਟਰ ਆ ਵੈਬ ਸੀਰੀਜ਼ 'ਚ, ਇਹਨਾਂ ਦੀ ਰਾਜਨੀਤੀ ਵੀ ਇੱਕ ਕਰੈਕਟਰ ਆ, ਨਿਰਾਲਾ ਕਰੈਕਟਰ ਜਿੱਦਾਂ ਕਹਿ ਲਈਏ ਸਮਾਜ ਦੇ ਵਿੱਚ, ਕਿ ਵੋਟਾਂ ਤੋਂ ਪਹਿਲਾਂ ਵੀ ਲੜੀ ਜਾਂਦੇ ਆ ਤੇ ਨਤੀਜਿਆਂ ਤੋਂ ਬਾਅਦ ਵੀ ਲੜੀ ਜਾਂਦੇ ਆ। ਗੋਲੀ ਚੱਲ ਗਈ ਜਲੂਸ ਦੇ ਦੌਰਾਨ, ਜਲੂਸ ਮਤਲਬ ਕਿ ਆਪਦੀ ਅਕਲ ਦਾ ਵੀ ਕੱਢਦੇ ਆ ਨਾ ਜਲੂਸ। ਇਕੱਲਾ ਉਹ ਜਲੂਸ ਦੂਜਾ ਜਲਸਾ ਨਹੀਂ ਕੱਢਦੇ, ਨਾਲ ਅਕਲ ਦਾ ਵੀ ਜਲੂਸ ਕੱਢਦੇ ਆ। ਸੋ ਇਹੋ ਜਿਹਾ ਹੈ। ਬਾਕੀ ਇਲੈਕਸ਼ਨ ਲਈ ਤਾਂ ਬਹੁਤ ਜ਼ਿਆਦਾ ਸਮਾਂ ਚਾਹੀਦਾ। ਜਦੋਂ ਵੀ ਇਲੈਕਸ਼ਨ ਹੋ ਕੇ ਆਉਂਦਾ, ਉਹਦਾ ਐਨਾਲਿਸਿਸ, ਉਹਦਾ ਵਿਸ਼ਲੇਸ਼ਣ ਵੱਖ ਤਰੀਕਿਆਂ ਨਾਲ ਕੀਤਾ ਜਾ ਸਕਦਾ। ਹਰੇਕ ਬੰਦੇ ਦਾ ਨਜ਼ਰੀਆ ਜਿਹੜਾ ਵੋਟਾਂ ਨੂੰ ਦੇਖਣ ਦਾ, ਵੋਟਾਂ ਨੂੰ ਮਾਪਣ ਦਾ, ਨਤੀਜਿਆਂ ਨੂੰ ਮਾਪਣ ਦਾ, ਉਹ ਅਲੱਗ ਹੁੰਦਾ। ਪਰ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਪ੍ਰਤੱਖ ਰੂਪ ਦੇ ਵਿੱਚ ਸਾਡੇ ਸਾਹਮਣੇ ਆ। ਨੰਬਰ ਇੱਕ ਕਿ ਉਹੀ ਗੱਲ ਕਿ ਸੱਤਾਧਾਰੀ ਜਿਹੜੇ ਆ ਉਹ ਆਮ ਤੌਰ 'ਤੇ ਇਹ ਇਲੈਕਸ਼ਨ, ਮਤਲਬ ਕਿ ਛੋਟੇ ਇਲੈਕਸ਼ਨ ਚਾਹੇ ਪੰਚਾਇਤਾਂ ਦੇ ਹੋਣ, ਨਗਰ ਪੰਚਾਇਤਾਂ ਦੇ ਹੋਣ, ਨਗਰ ਨਿਗਮਾਂ ਦੇ ਹੋਣ ਜਾਂ ਮਹਾ ਨਿਗਮਾਂ ਦੇ ਹੋਣ, ਉਹ ਆਮ ਤੌਰ 'ਤੇ ਜਿੱਤ ਲੈਂਦੇ ਨੇ। ਦੂਜੀ ਚੀਜ਼ ਜਿਹੜੀ ਆ ਕਿ ਐਤਕੀ ਜੋ ਧੱਕਾ ਮੁੱਕੀ ਹੋਈ ਆ, ਉਹ ਕਹਿੰਦੇ ਕਿ ਸਾਰੇ ਰਿਕਾਰਡ ਟੁੱਟ ਗਏ ਆ। ਤਾਂ ਜਦੋਂ ਇਹੋ ਜਿਹੀ ਸਿਚੁਏਸ਼ਨ ਹੋਵੇ ਕਿ ਦੇਖੋ ਵੋਟਾਂ ਬਣਨ ਵੇਲੇ ਵੀ ਰੌਲਾ ਪੈ ਗਿਆ, ਵਾਰਡਬੰਦੀ ਹੋਈ ਉਦੋਂ ਵੀ ਰੌਲਾ ਪੈ ਗਿਆ, ਵੋਟਾਂ ਪਈਆਂ ਉਦੋਂ ਵੀ ਰੌਲਾ ਪੈ ਗਿਆ, ਜਦੋਂ ਕਾਗਜ਼ ਭਰੇ ਉਦੋਂ ਵੀ ਰੌਲਾ ਪੈ ਗਿਆ। ਮਤਲਬ ਕਿ ਰੌਲਾ ਹੀ ਆ ਸਾਰੇ ਪਾਸੇ। ਤਾਂ ਹੁਣ ਇਸ ਰੌਲੇ ਦੇ ਵਿੱਚ ਆਪੋ ਆਪਣੀ ਥਾਂ ਤੇ, ਜਿੱਦਾਂ ਹੁਣ ਕਾਂਗਰਸ ਆ ਉਹ ਖੁਸ਼ ਹੋ ਸਕਦੀ ਆ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਇਹ 2022 ਦਾ ਝਲਕਾਰਾ ਵਿਖਾਇਆ ਤੁਹਾਨੂੰ, ਮਤਲਬ ਕਿ ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ। ਟ੍ਰੇਲਰ ਵੇਖੋ ਤੁਸੀਂ, ਆਲਦੀ ਭਾਈ ਟ੍ਰੇਲਰ ਆ। ਤੇ ਦੂਜੇ ਪਾਸੇ ਅਕਾਲੀ ਕਹਿੰਦੇ ਕਿ ਇਹ ਟ੍ਰੇਲਰ ਨਹੀਂ ਹੈ, ਇਹ ਤਾਂ ਟੋਟਲੀ ਫਿਲਮ ਹੀ ਦਿਖ ਗਈ ਕਿ ਅਸੀਂ ਹੁਣ ਆ ਗਏ ਹਾਂ ਤੁਹਾਡੇ ਬਰੋਬਰ ਸੱਟ ਤੇ ਅਸੀਂ ਟੱਕਰ ਦੇ ਵਿੱਚ ਆ ਗਏ ਹਾਂ ਤਾਂ 2022 ਦੇ ਵਿੱਚ ਸਰਕਾਰ ਬਣੂ ਸਾਡੀ। ਉਹਨਾਂ ਲਈ ਇਹ ਖੁਸ਼ੀ ਦੀ ਗੱਲ ਆ ਕਿ ਉਹ ਜਿਵੇਂ ਇੱਕ ਕਹਿ ਲਓ ਕਿ ਇਤਿਹਾਸਕ ਹਾਰ ਫੇਸ ਕਰਕੇ ਤੀਜੇ ਨੰਬਰ 'ਤੇ ਖਿਸਕ ਗਏ ਸੀਗੇ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਵੀ ਨਹੀਂ ਸੀ ਰਹਿਣ ਦਿੱਤਾ। ਤਾਂ ਉਹ ਇਸ ਟੱਕਰ ਦੇ ਵਿੱਚ ਜੇ ਆਪਾਂ ਦੇਖੀਏ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੋਨਾਂ ਨੂੰ ਪਛਾੜ ਗਈ। ਭਰਦੀਆਂ ਸੀਗੀਆਂ ਕਿ ਅਸੀਂ ਤੀਜਾ ਫਰੰਟ ਤੋਂ ਆ, ਤੀਜਾ ਬਦਲ ਆ ਜਾਂ ਚੌਥਾ ਅਸੀਂ ਆ, ਉਹ ਸਾਰੀਆਂ ਚੀਜ਼ਾਂ ਪਿੱਛੇ ਛੁੱਟ ਗਈਆਂ। ਉਹਨਾਂ ਤੋਂ ਜ਼ਿਆਦਾ ਮੇਰੇ ਖਿਆਲ ਦੇ ਨਾਲ ਆਜ਼ਾਦ ਉਮੀਦਵਾਰ ਵੀ ਜਿੱਤੇ ਹੋਣਗੇ।
ਤਾਂ ਭਾਜਪਾ ਦਾ ਤਾਂ ਐਸਾ ਬੁਰਾ ਹਾਲ ਹੋਇਆ ਕਿ ਕਹਿਣ ਦੀਆਂ ਗੱਲਾਂ ਛੱਡ ਦਿਓ। ਤੁਸੀਂ ਹਿਸਾਬ ਲਾ ਲਓ ਕਿ 2292 ਉਮੀਦਵਾਰਾਂ ਦੇ ਵਿੱਚੋਂ ਇਹਨਾਂ ਦੇ ਤਕਰੀਬਨ 49% ਖੜੇ ਸੀਗੇ, 1000 ਸਮਥਿੰਗ ਸੀਗੇ, ਤਾਂ ਜਿੱਤੇ ਮੇਰੇ ਖਿਆਲ ਦੇ ਨਾਲ ਜੇ ਅੰਦਾਜ਼ਾ ਲਾ ਲਈਏ, ਮੈਨੂੰ ਨਹੀਂ ਲੱਗਦਾ ਕੋਈ ਬਹੁਤੇ ਇਹਨਾਂ ਦੇ ਉਮੀਦਵਾਰ ਜਿੱਤੇ ਆ, ਪਰ ਮੇਰਾ ਇੱਕ ਅੰਦਾਜ਼ਾ ਹੋਏਗਾ ਕਿ ਜਿਵੇਂ ਲਾ ਲਓ ਜੇ ਆਪਾਂ ਦੇਖੀਏ ਤਾਂ ਭਾਜਪਾ ਨੂੰ ਮਿਊਨਸੀਪਲ ਕੌਂਸਲ ਦੀਆਂ ਚੋਣਾਂ ਦੇ ਵਿੱਚ 38 ਕੁ ਸੀਟਾਂ ਮਿਲੀਆਂ ਨੇ। 38 ਕੁ ਸੀਟਾਂ ਇਹ ਆਪਣੇ ਆਪ ਦੇ ਵਿੱਚ ਤੁਸੀਂ ਦੇਖ ਲਓ ਕਿ 1000 ਜਾਂ 1500 ਦੇ ਵਿੱਚੋਂ 1500 ਤਾਂ ਨਹੀਂ ਕਿਹਾ ਜਾ ਸਕਦਾ, ਮੇਰਾ ਮੰਨਣਾ ਕਿ 1000 ਤੇ ਕੁਛ ਸੀਗੇ ਇਹਨਾਂ ਦੇ ਕੈਂਡੀਡੇਟ। ਉਹਨਾਂ ਦੀ ਪਰਸੈਂਟੇਜ ਲਾ ਲਓ, ਵਿਕਟਰੀ ਪਰਸੈਂਟੇਜ ਕੱਢ ਲਓ ਕਿੰਨੀ ਕੁ ਬਣਦੀ ਹੈ 1000 ਦੇ ਹਿਸਾਬ ਨਾਲ। 38 ਇਹਨਾਂ ਦੀਆਂ ਆਈਆਂ ਨੇ ਮਿਊਨਸੀਪਲ ਕੌਂਸਲਾਂ ਦੇ ਵਿੱਚੋਂ ਸੀਟਾਂ। ਅਤੇ ਬਾਕੀ ਜੇ ਆਪਾਂ ਦੇਖੀਏ ਖਾਸ ਤੌਰ 'ਤੇ ਜਿੱਦਾਂ ਹੁਣ ਹੁਸ਼ਿਆਰਪੁਰ ਦੇ ਵਿੱਚ ਸੀ, ਹਾਲਾਂਕਿ ਜਿਹੜੇ ਮੈਂ ਫਿਗਰ ਦੱਸ ਰਿਹਾ ਕਿ ਉਦੋਂ ਨਤੀਜੇ ਆ ਹੀ ਜਾਂਦੇ ਸੀਗੇ, ਹੋਰ ਵੀ ਹੋ ਸਕਦਾ ਉੱਤੇ ਥੱਲੇ ਹੋਵੇ। ਅਤੇ ਜੇ ਆਪਾਂ ਓਵਰਆਲ ਵੈਸੇ ਮੈਂ ਤੁਹਾਨੂੰ ਫਿਗਰ ਪਹਿਲਾਂ ਦੱਸ ਹੀ ਦੇਣਾ ਕਿ ਕਾਂਗਰਸ ਨੇ 1815 ਵਾਰਡ ਜਿਹੜੇ ਕਿ ਮਿਊਨਸੀਪਲ ਕੌਂਸਲ ਦੇ ਸੀਗੇ ਉਹਨਾਂ ਦੇ ਵਿੱਚੋਂ 1199 ਜਿੱਤ ਲਏ। ਮਤਲਬ ਕਿ ਜਿਹੜੇ ਮਿਊਨਸੀਪਲ ਕੌਂਸਲਾਂ ਦੇ 1815 ਵਾਰਡ ਸੀ ਉਹਨਾਂ ਦੇ ਵਿੱਚੋਂ 1199 ਜਿੱਤ ਲਏ। ਇਸੇ ਤਰ੍ਹਾਂ ਨਗਰ ਨਿਗਮ ਦੀਆਂ ਜਿਹੜੀਆਂ 350 ਸੀਟਾਂ ਸੀਗੀਆਂ ਉਹਦੇ ਵਿੱਚੋਂ 281 ਤੇ ਜਿੱਤ ਹਾਸਲ ਕੀਤੀ। ਮਤਲਬ ਕਿ ਅੰਤਲੇ ਨਤੀਜੇ ਜਦੋਂ ਮੈਂ ਅਪਡੇਸ਼ਨ ਉਹਨਾਂ ਦੀ ਵੇਖੀ ਹੈ ਉਸ ਵੇਲੇ ਦੀ ਗੱਲ ਹੈ, ਜਦੋਂ ਕਿ ਅਕਾਲੀ ਦਲ ਉਸ ਸਮੇਂ ਮਿਊਨਸੀਪਲ ਕੌਂਸਲ ਦੀਆਂ ਲਾ ਲਓ ਕਿ 299 ਤੇ ਨਗਰ ਨਿਗਮ ਦੀਆਂ ਜਿਹੜੀਆਂ ਉਹ 33 ਸੀਟਾਂ ਜਿੱਤ ਚੁੱਕਾ ਸੀਗਾ। ਇਸੇ ਤਰ੍ਹਾਂ ਲਾ ਲਓ ਕਿ ਭਾਜਪਾ ਨੂੰ ਜਿਵੇਂ ਮੈਂ ਕਿਹਾ ਕਿ ਮਿਊਨਸੀਪਲ ਕੌਂਸਲ ਦੀਆਂ 38 ਤੇ ਨਗਰ ਨਿਗਮ ਦੀਆਂ 20 ਜਿਹੜੀਆਂ ਸੀਗੀਆਂ, ਅਤੇ ਆਪ ਨੂੰ ਮਿਊਨਸੀਪਲ ਕੌਂਸਲ ਦੀਆਂ ਲਾ ਲਓ ਕਿ 52 ਤੇ ਨਗਰ ਨਿਗਮ ਦੀਆਂ ਜਿਹੜੀਆਂ 9 ਸੀਟਾਂ ਹਾਸਲ। ਇਹ ਬਾਕੀ ਜੇ ਤੁਸੀਂ ਦੇਖੋਗੇ ਆਜ਼ਾਦ ਉਮੀਦਵਾਰਾਂ ਦਾ ਜਿਵੇਂ ਆਪਾਂ ਦੇਖੀਏ ਦਬਦਬਾ ਖਾਸਾ ਸੀਗਾ। ਫਿਰ ਇਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਅਤੇ CPI ਜਿਹੜੀ ਆ ਉਹਨਾਂ ਨੂੰ ਵੀ ਕਰਮਵਾਰ 13 ਤੇ 12 ਵਾਰਡਾਂ ਦੇ ਵਿੱਚ ਜਿੱਤ ਹਾਸਲ ਹੋਈ ਹੈ। ਸੋ ਇਹ ਵੱਡੀਆਂ ਜਿੱਦਾਂ ਲਾ ਲਓ ਇਲੈਕਸ਼ਨਾਂ ਸੀਗਾ, ਵੋਰ ਤੋਂ ਲੈ ਕੇ ਬਟਾਲੇ ਤੱਕ ਜਿਹੜੇ ਇਹ ਨਿਗਮ ਸੀਗੇ ਉਹਨਾਂ ਦੇ ਵਿੱਚ ਤਾਂ ਟੋਟਲੀ ਆਪਾਂ ਦੇਖੀਏ ਤਾਂ ਕਾਂਗਰਸ ਨੇ ਡੋਮੀਨੇਟ ਕੀਤਾ। ਹਾਲਾਂਕਿ ਮੋਹਾਲੀ ਦਾ ਮੇਰੇ ਖਿਆਲ ਦੇ ਨਾਲ ਨਤੀਜਾ ਜਿਹੜਾ ਆਉਣਾ ਬਾਕੀ ਹੈ ਕਿਉਂਕਿ ਉੱਥੇ ਅੱਜ ਰੀਪੋਲਿੰਗ ਹੋਈ ਆ। ਤਾਂ ਇਹ ਫਿਗਰ ਹੈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਭਾਜਪਾ ਕਿੱਥੇ ਖਲੋਤੀ ਹੈ। ਫਿਰ ਵੀ ਆਮ ਆਦਮੀ ਪਾਰਟੀ ਥੋੜ੍ਹੀ ਬਹੁਤੀ ਉਹਨਾਂ ਤੋਂ ਅੱਗੇ ਨਜ਼ਰ ਆਈ ਹੈ, ਪਰ ਜਿਵੇਂ ਆਪਾਂ ਕਹਿ ਕੇ ਦੋ ਰਵਾਇਤੀ ਪਾਰਟੀਆਂ ਉਹੀ ਟੱਕਰ 'ਚ ਨਜ਼ਰ ਆ ਰਹੀਆਂ। ਹਾਲਾਂਕਿ ਅਕਾਲੀ ਬਹੁਤ ਪਿੱਛੇ ਨੇ ਕਾਂਗਰਸ ਤੋਂ, ਪਰ ਉਹ ਦਮ ਭਰ ਰਹੇ ਆ ਕਿ ਅਸੀਂ ਜੀ ਬਸ ਜਲਦੀ ਆ ਜਾਵਾਂਗੇ, ਹੁਣ ਅੱਗੇ ਆ ਜਾਵਾਂਗੇ, ਨਹੀਂ ਜੋ ਧੱਕਾ ਮੁੱਕਾ ਇਹਨਾਂ ਨੇ ਕੀਤਾ ਜਿਹਦੇ ਤੋਂ ਉੱਭਰ ਕੇ ਅਸੀਂ ਬਹੁਤ ਜਲਦੀ ਲੈ ਦੇ ਵਿੱਚ ਆ ਜਾਵਾਂਗੇ, ਉਹ ਸਮਾਂ ਦੱਸੂਗਾ। ਪਰ ਜੇ ਆਪਾਂ ਦੇਖੀਏ ਭਾਜਪਾ ਦਾ, ਮੈਂ ਭਾਜਪਾ ਦਾ ਵਾਰ-ਵਾਰ ਕਿਉਂ ਜ਼ਿਕਰ ਕਰ ਰਿਹਾ, ਉਹ ਇਸ ਕਰਕੇ ਕਿਉਂਕਿ ਨਾਲ ਐਜੂਕੇਸ਼ਨ ਚੱਲ ਰਿਹਾ, ਤਾਂ ਉਹਦਾ ਇੱਕ ਬਹੁਤ ਵੱਡਾ ਫਰਕ ਕਿਤੇ ਨਾ ਕਿਤੇ ਵੇਖਣ ਨੂੰ ਮਿਲਿਆ। ਹਾਲਾਂਕਿ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ, ਆਜ਼ਾਦਾਂ ਨੇ ਵੀ ਕਮਾਲ ਕੀਤੀ ਹੈ ਕਿ ਅਨੰਦਪੁਰ ਸਾਹਿਬ ਦੇ ਵਿੱਚ ਸਾਰੇ ਹੀ ਆਜ਼ਾਦ ਜਿੱਤ ਗਏ। ਉਧਰ ਜੇ ਆਪਾਂ ਦੇਖੀਏ ਤੇ ਮੇਰੇ ਖਿਆਲ ਦੇ ਨਾਲ ਕਰਤਾਰਪੁਰ ਹੈ ਜਿਹੜਾ ਜਲੰਧਰ ਦੇ ਲਾਗੇ, ਤਾਂ ਉੱਥੇ ਵੀ ਆਜ਼ਾਦ ਜਿਹੜੇ ਆ ਬਹੁਮਤ ਦੇ ਵਿੱਚ ਚਲੇ ਗਏ। ਇਸ ਤਰ੍ਹਾਂ ਕੁਛ ਦਿਲਚਸਪ ਚੀਜ਼ਾਂ ਵਾਪਰੀਆਂ ਨੇ। ਹਰਗੋਬਿੰਦਪੁਰ, ਸ਼੍ਰੀ ਹਰਗੋਬਿੰਦਪੁਰ ਜਿਹਨੂੰ ਕਹਿ ਦਿੰਦੇ ਆ, ਤਾਂ ਉੱਥੇ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਤੇ ਉੱਥੇ ਕਾਂਗਰਸ ਜਿਹੜੀ ਹੈ ਉਹ ਬਾਜੀ ਹਾਰ ਗਈ। ਇਹ ਵੀ ਦਿਲਚਸਪ ਗੱਲਾਂ ਕੁਛ ਵਾਪਰੀਆਂ। ਬਠਿੰਡੇ ਦੇ ਵਿੱਚ ਜਿਵੇਂ ਲਾ ਲਓ ਕਿ 53 ਸਾਲਾਂ ਬਾਅਦ ਉਹਨਾਂ ਦਾ ਮੇਅਰ ਬਣ ਜਾਊਗਾ, ਤਾਂ ਉਹ ਆਪਣੇ ਆਪ ਦੇ ਵਿੱਚ ਉਹਨਾਂ ਲਈ ਇਤਿਹਾਸਿਕ ਮਰਹਲਾ। ਕਮਾਲ ਦੀ ਗੱਲ ਇਹ ਹੈ ਕਿ ਮੋਗੇ ਦੇ ਵਿੱਚ ਕਾਂਗਰਸ ਜਿੱਤੀ ਨਹੀਂ ਹੈ, ਉਹਦਾ ਯੱਕਾ ਜਿਹੜਾ ਅੱਧ ਵਿਚਾਲੇ ਫਸ ਗਿਆ, ਕਿਉਂਕਿ ਹੋਇਆ ਕੀ ਆ, ਮੇਰੇ ਖਿਆਲ ਦੇ ਨਾਲ 50 ਨੇ ਉੱਥੇ ਵਾਰਡ ਤੇ ਇਹਨਾਂ ਨੇ 20 ਜਿੱਤੇ ਆ। ਔਰ ਜਿੱਤ ਦਾ ਵੀ ਮਜ਼ਾ ਕਿਰਕਰਾ ਹੋ ਗਿਆ, ਕਿਉਂਕਿ ਕਈ ਵਾਰ ਜਿੱਤ ਤੋਂ ਜ਼ਿਆਦਾ ਇੱਕ ਹਾਰ ਦਾ ਚਰਚਾ ਜ਼ਿਆਦਾ ਹੋ ਜਾਂਦਾ ਹੈ। ਤਾਂ ਹਾਰ ਦਾ ਚਰਚਾ ਉਹ ਹੋਇਆ ਕਿ ਜਿਹੜਾ ਉੱਥੋਂ ਦਾ ਸਿਟਿੰਗ MLA ਆ ਹਰਜੋਤ ਕਮਲ, ਉਹਨਾਂ ਦੀ ਵਾਈਫ ਹਾਰ ਗਈ ਉੱਥੇ। ਤਾਂ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਚਰਨਜੀਤ ਚੰਨੀ ਬੜੇ ਚਰਚਿਤ ਮੰਤਰੀ ਆ, ਉਹਨਾਂ ਦੇ ਭਰਾਤਾ ਹਾਰ ਗਏ ਖਰੜ ਤੋਂ। ਤਾਂ ਇਸ ਤਰ੍ਹਾਂ ਕੁਛ ਹਾਰਾਂ ਦੇ ਵੀ ਚਰਚੇ ਰਹੇ। ਮਤਲਬ ਕਿ ਸਭ ਕੁਛ ਹੈ, ਇਹ ਚੱਲਦਾ ਹੀ ਪਿਆ। ਇਹ ਹੌਲੀ ਹੌਲੀ ਤੁਸੀਂ ਅੰਕੜਿਆਂ ਦੇ ਵਿੱਚ ਜਿਵੇਂ ਜਾਓਗੇ, ਜਿਵੇਂ ਜਿਵੇਂ ਤਫਸੀਲਾਂ ਮਿਲਣਗੀਆਂ ਤੁਹਾਨੂੰ ਹੋਰ ਵੀ ਦਿਲਚਸਪ ਚੀਜ਼ਾਂ ਮਿਲੂਗੀਆਂ। ਪਰ ਮੈਂ ਮੋਟੇ ਤੌਰ 'ਤੇ ਦੱਸੀ ਜਾਂਦਾ ਕਿ ਭਾਜਪਾ ਦਾ ਇਸ ਕਰਕੇ ਜ਼ਿਕਰ ਕਰਨਾ ਜ਼ਰੂਰੀ ਆ ਕਿਉਂਕਿ ਜਿਹੜਾ ਇਹਨਾਂ ਦਾ ਆਪਣਾ ਕਿਲ੍ਹਾ ਸੀਗਾ
ਲਾ ਲਓ ਕਿ ਹੁਸ਼ਿਆਰਪੁਰ ਜਾਂ ਪਠਾਨਕੋਟ, ਉਹਦੇ ਵਿੱਚ ਵੀ ਇਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਨਾ ਬਸ ਠੀਕ ਠਾਕ ਗੁਜ਼ਾਰੇ ਜੋਗੀ ਜਿਵੇਂ ਕਹਿ ਸਕਦੇ ਆ। ਉਹ ਮਿਸਾਲ ਦੇ ਤੌਰ 'ਤੇ ਹੁਣ ਤੁਸੀਂ ਹੁਸ਼ਿਆਰਪੁਰ ਦੇ ਵਿੱਚ ਵੇਖੋ, ਇਹਨਾਂ ਦੇ 3 ਲੀਡਰ ਤਾਂ ਬਹੁਤ ਤਕੜੇ ਲੀਡਰ ਨੇ, ਉਹਨਾਂ ਦੇ ਵਿੱਚ 2 ਤਾਂ ਕਹਿ ਲਓ ਕਿ ਕੇਂਦਰੀ ਕੈਬਨਿਟ ਦਾ ਹਿੱਸਾ ਹਨ ਜਾਂ ਸੀਗੇ, ਜਿਵੇਂ ਵਿਜੇ ਸਾਂਪਲਾ, ਸੋਮ ਪ੍ਰਕਾਸ਼ ਜੀ, ਔਰ ਇਸ ਤੋਂ ਇਲਾਵਾ ਤੀਕਸ਼ਣ ਸੂਦ ਜੀ ਬਹੁਤ ਵੱਡਾ ਚਿਹਰਾ ਉਹਨਾਂ ਦਾ। ਅਤੇ ਕਮਾਲ ਦੀ ਗੱਲ ਇਹ ਹੋਈ ਕਿ ਤੀਕਸ਼ਣ ਸੂਦ ਦੀ ਵੀ ਵਾਈਫ ਹਾਰ ਗਈ। ਇਹ ਦਿਲਚਸਪ ਗੱਲ ਹੈ ਕਿ ਤੀਕਸ਼ਣ ਸੂਦ ਦੀ ਵਾਈਫ ਵੀ ਨਹੀਂ ਜਿੱਤ ਸਕੀ। ਉਹਨਾਂ ਦਾ ਕਾਫੀ ਵਿਰੋਧ ਵੀ ਹੋਇਆ ਸੀਗਾ, ਗੋਬਰ ਗਾਬਰ ਵਾਲਾ ਮਸਲਾ ਕਾਫੀ ਚੱਲਿਆ ਸੀ ਜਦੋਂ ਗੋਹਾ ਸੁੱਟਾਏ ਸੀ ਉਹਨਾਂ ਦੇ ਗੇਟ ਦੇ ਵਿੱਚ। ਤਾਂ ਤੀਕਸ਼ਣ ਸੂਦ ਹੁਣੀ ਹੁਸ਼ਿਆਰਪੁਰ ਦੇ ਵਿੱਚ ਜਲਵਾ ਨਹੀਂ ਦਿਖਾ ਸਕੇ। ਇੱਥੇ 41 ਸੀਟਾਂ ਮੇਰੇ ਖਿਆਲ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਕਾਂਗਰਸ ਵਿੱਚ ਗਈ, 4 ਤੇ ਭਾਜਪਾ ਤੇ ਨਿਕਲ ਕੇ ਰਹਿ ਗਈ, 2 ਆਮ ਆਦਮੀ ਪਾਰਟੀ ਦਾ ਗਈ, 3 ਆਜ਼ਾਦ ਸੀਗੇ। ਮਤਲਬ ਕਿ ਆਮ ਆਦਮੀ ਪਾਰਟੀ ਜਿਹੜੀ ਆਜ਼ਾਦ ਤੋਂ ਵੀ ਪਿੱਛੇ ਰਹਿ ਗਈ। ਤਾਂ ਇਹ ਹਿੰਦੂ ਬਹੁ ਗਿਣਤੀ ਵਾਲਾ ਜਿਹੜਾ ਵੋਟ ਬੈਂਕ ਕਿਹਾ ਜਾ ਸਕਦਾ, ਮੰਨਿਆ ਜਾ ਸਕਦਾ, ਤਾਂ ਉਹਦੇ ਵਿੱਚ ਭਾਜਪਾ ਵਾਸਤੇ ਚਿੰਤਾ ਦਾ ਸਬਬ ਇਹ ਸੀਗੇ ਕਿ ਉੱਥੇ ਵੀ ਇਹਨਾਂ ਦੇ ਹੱਥੋਂ ਬਾਜ਼ੀ ਨਿਕਲ ਗਈ। ਹਾਲਾਂਕਿ ਪਠਾਨਕੋਟ ਦੇ ਵਿੱਚ, ਸੁਜਾਨਪੁਰ 'ਚ ਮੇਰੇ ਖਿਆਲ ਦੇ ਨਾਲ 5-6 ਲੈ ਗਏ ਵਾਰਡ, ਉੱਥੇ ਅੱਛਾ ਖਾਸਾ ਇਹਨਾਂ ਨੇ ਪਰਫਾਰਮ ਕੀਤਾ। ਇਸ ਤੋਂ ਇਲਾਵਾ ਬਟਾਲੇ ਦੇ ਵਿੱਚ 4-5 ਬੰਦੇ ਇਹਨਾਂ ਦੇ ਜਿੱਤੇ ਆ। ਬਟਾਲੇ ਦੇ ਵਿੱਚ ਤੇ ਪੋਜੀਸ਼ਨ ਇੱਕ ਇਹ ਵੀ ਰਹੀ ਆ ਕਿ ਦੋਨਾਂ ਉਮੀਦਵਾਰਾਂ ਦੀਆਂ ਵੋਟਾਂ ਬਰੋਬਰ ਨਿਕਲੀਆਂ, ਬਰਾਬਰ ਸੀਗੇ। ਫਿਰ ਉਸ ਤੋਂ ਬਾਅਦ ਰੀਕਾਊਂਟਿੰਗ ਹੋਈ, ਫਿਰ ਵੀ ਬਰਾਬਰ, ਤੇ ਫਿਰ ਮਸਲਾ ਟੌਸ 'ਤੇ ਗਿਆ। ਮੇਰੇ ਖਿਆਲ ਨਾਲ ਪਰਚੀ ਪਾਈ ਗਈ ਆ। ਇੱਕ ਵਾਰੀ ਚਰਨਜੀਤ ਚੰਨੀ ਹੋਰਾਂ ਨੇ ਵੀ ਪਰਚੀ ਪਾ ਦਿੱਤੀ ਸੀ, ਯਾਦ ਹੋਣਾ ਤੁਹਾਨੂੰ, ਕੋਈ ਤਬਾਦਲਾ ਤਬੂਦਲਾ ਸੀਗਾ, ਉਦੋਂ ਵੀ ਬਹੁਤ ਚਰਚਾ ਹੋਈ ਸੀ। ਉਹ ਚੰਨੀ ਸਾਹਿਬ ਨੂੰ ਕਈ ਵਾਰ ਲੋਕ ਪਿਆਰ ਨਾਲ PhD ਵਾਲੇ ਕਹਿ ਦਿੰਦੇ, ਕਈ ਵਾਰ ਪਰਚੀਆਂ ਵਾਲੇ ਵੀ ਕਹਿ ਦਿੰਦੇ। ਕਾਫੀ ਨਾਮ ਨੇ ਚਰਨਜੀਤ ਚੰਨੀ ਜੀ ਦੇ। ਤਾਂ ਖੈਰ ਕੁਝ ਹੋਰ ਵੀ ਦਿਲਚਸਪ ਚੀਜ਼ਾਂ ਨੇ ਇਸ ਮਾਮਲੇ ਦੇ ਵਿੱਚ। ਜਿੱਦਾਂ ਤੁਸੀਂ ਦੇਖੋਗੇ ਤਾਂ ਮਲੋਟ ਦੇ ਵਿੱਚ ਇਹ ਹਾਲ ਰਿਹਾ ਕਿ ਇੱਕ ਬੜੀ ਜ਼ਬਰਦਸਤ ਟੱਕਰ ਸੀਗੀ, 2 ਬੀਬੀਆਂ ਸੀ, ਇੱਕ ਅਕਾਲੀ ਦਲ ਵੱਲੋਂ ਲੜ ਰਹੀ ਸੀ ਇਲੈਕਸ਼ਨ, ਇੱਕ ਕਾਂਗਰਸ ਵੱਲੋਂ ਲੜ ਰਹੀ ਸੀਗੀ। ਤਾਂ 1 ਵੋਟ ਦਾ ਮਾਰਜਨ ਸੀਗਾ, ਮਤਲਬ ਕਿ 1 ਵੋਟ ਨਾਲ ਕਾਂਗਰਸੀ ਬੀਬੀ ਹਾਰ ਗਈ। ਤੇ ਕਮਾਲ ਦੀ ਗੱਲ ਹੈ ਕਿ ਉਹਦੇ ਜਿਹੜੇ ਕਵਰਿੰਗ ਉਮੀਦਵਾਰ ਸੀ, ਦੋਵੇਂ ਨੌਹਾਂ ਸੀਗੀਆਂ, ਤੇ ਉਹਨਾਂ ਨੂੰ 3-4 ਵੋਟਾਂ ਪੈ ਗਈਆਂ। ਮਤਲਬ ਕਿ 3-4 ਵੋਟਾਂ ਉਧਰ ਭੁਗਤ ਗਈਆਂ ਤੇ ਉਹ ਬੀਬੀ ਹਾਰ ਗਈ। ਇਸ ਤਰ੍ਹਾਂ ਦੇ ਵੀ ਕੁਝ ਮਾਜਰੇ, ਕੁਝ ਮਾਮਲੇ ਜਿਹੜੇ ਦਿਲਚਸਪ ਨੇ ਉਹ ਵੇਖਣ ਨੂੰ ਮਿਲਦੇ ਆ। ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਪਰ ਸਭ ਤੋਂ ਜ਼ਿਆਦਾ ਜਿਹੜੀ ਆਪਾਂ ਕਹੀਏ ਕਿ ਮਾੜੀ ਹੋਈ ਆ ਖਾਸ ਤੌਰ 'ਤੇ ਭਾਜਪਾ ਦੇ ਨਾਲ, ਉਹ ਰਹੀ ਆ ਅੰਮ੍ਰਿਤਸਰ ਤੋਂ, ਜਿੱਥੇ ਇਹਨਾਂ ਦਾ ਖਾਤਾ ਨਹੀਂ ਖੁੱਲ੍ਹਿਆ। ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਵੇਖੋ ਇਹਨਾਂ ਦਾ ਜੇ ਆਪਾਂ ਦੇਖੀਏ ਤਾਂ ਬਹੁਤ ਲੰਮੇ ਸਮੇਂ ਤੋਂ ਕਾਡਰ ਮੌਜੂਦ ਆ, ਔਰ ਇਹਨਾਂ ਦਾ ਵੋਟ ਬੈਂਕ ਜਿਹੜਾ ਉੱਥੇ ਰਹਿੰਦਾ, ਫਿਰ ਰਹਿੰਦਾ ਜਿਹਨੂੰ ਆਪਾਂ ਕਹਿ ਲਈਏ। ਇਹਨਾਂ ਦੇ ਚਿਹਰੇ ਵੀ ਉੱਥੇ ਕਾਫੀ ਵੱਡੇ ਆ, ਸ਼ਵੇਤ ਮਲਿਕ ਆ, ਜੋਸ਼ੀ ਆ, ਇਹਨਾਂ ਦੇ ਹਰਦੀਪ ਪੁਰੀ ਜੀ ਉੱਥੋਂ ਇਲੈਕਸ਼ਨ ਲੜ ਚੁੱਕੇ, ਵੈਸੇ ਅਰੁਣ ਜੇਤਲੀ ਜੀ ਵੀ ਲੜ ਚੁੱਕੇ ਸੀਗੇ। ਤਾਂ ਉੱਥੇ ਇਹਨਾਂ ਦਾ ਬਿਲਕੁਲ ਸਫਾਇਆ ਹੀ ਹੋ ਗਿਆ, ਮਤਲਬ ਕਿ ਕਲੀਨ ਸਵੀਪ ਜਿਹਨੂੰ ਆਪਾਂ ਕਹਿ ਲਈਏ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਕਹਿ ਲਓ ਕਿ ਅਲੱਗ ਤੌਰ ਦਾ ਸਮੀਕਰਨ ਸੀਗਾ। ਬੰਗੇ ਦੇ ਵਿੱਚ ਇੱਕ ਬੜਾ ਦਿਲਚਸਪ ਸਮੀਕਰਨ ਮੈਂ ਦੇਖ ਰਿਹਾ ਸੀਗਾ, ਜਿੱਥੇ ਸਾਰੇ ਪਿੱਛੇ ਰਹਿ ਗਏ, ਕਾਂਗਰਸ ਤੇ ਆਮ ਆਦਮੀ ਪਾਰਟੀ ਬਰੋਬਰ ਰਹੀ ਹੈ। ਇਹ ਵੀ ਇੱਕ ਦਿਲਚਸਪ ਗੱਲ ਆ। ਜਿਵੇਂ ਮੈਂ ਕਿਹਾ ਕਿ ਭਾਜਪਾ ਦਾ ਤਾਂ ਠੀਕ ਹੈ, ਪੁਰਾਣਾ ਤਜਰਬਾ ਹੈ, ਇਲੈਕਸ਼ਨ ਉਹ ਇਕੱਲੇ ਲੜ ਰਹੇ ਆ ਪਹਿਲੀ ਵਾਰੀ, ਪਰ ਆਮ ਆਦਮੀ ਪਾਰਟੀ ਦਾ ਇੱਕ ਨਵਾਂ ਤਜਰਬਾ ਸੀਗਾ। ਇਹਨਾਂ ਛੋਟੀਆਂ ਸਰਕਾਰਾਂ ਦੇ ਮਾਮਲੇ ਦੇ ਵਿੱਚ ਉਤਰੇ ਸੀ ਕਿ ਇੱਕ ਵੱਡੀ ਸਰਕਾਰ ਵੀ ਬਣਾਵਾਂਗੇ ਸੁਪਨਾ ਦੇਖ ਕੇ, ਪਰ ਕੁਝ ਹੱਦ ਤੱਕ ਕਹਿ ਸਕਦੇ ਕੋਈ ਨਾ ਹਾਜ਼ਰੀ ਜ਼ਰੂਰ ਦਰਜ ਕਰਾਈ ਆ। ਤਾਂ ਕੁੱਲ ਮਿਲਾ ਕੇ ਆਪਾਂ ਸਿੱਟਾ ਇਹੋ ਕਰ ਸਕਦੇ ਹਾਂ ਕਿ ਜਿੱਦਾਂ ਧੱਕਾ ਮੁੱਕੀ ਵਾਲਾ ਕੰਮ ਤੇ ਚੱਲਿਆ ਹੀ ਆ, ਬੂਥ ਕੈਪਚਰਿੰਗ, ਡਾਂਗ ਤੋਂ ਲੈ ਕੇ ਡੋਡਿਆਂ ਤੱਕ ਸਭ ਕੁਝ ਉਹ ਚੱਲਦਾ ਹੈ ਇੱਥੋਂ ਦੀਆਂ ਇਹੋ ਜਿਹੀਆਂ ਵੋਟਾਂ ਦੇ ਵਿੱਚ। ਕੋਈ ਮੁਨਕਰ ਨਹੀਂ ਹੋ ਸਕਦਾ ਉਹਦਾ ਕੋਈ ਲੱਲੇ ਭੱਬੇ ਮਾਰੀ ਜਾਵੇ ਕਿ ਬੱਲੇ ਬੱਲੇ ਜੀ ਬੜੇ ਸ਼ਾਨਦਾਰ ਢੰਗ ਨਾਲ ਇੱਥੇ ਵੋਟ ਪੈਂਦੇ ਆ, ਇੱਥੇ ਤੇ ਬਿਲਕੁਲ ਮਤਲਬ ਕਿ ਸ਼ਾਂਤੀ ਦੇ ਨਾਲ ਚਿੱਟੇ ਰੁਮਾਲ ਵਿਖਾ ਕੇ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਵੋਟਾਂ, ਇਹ ਸਭ ਝੂਠ ਆ। ਸਭ ਕੁਝ ਚੱਲਦਾ ਜਿਹਦੇ ਹੱਥ ਪਾਵਰ ਹੁੰਦੀ ਹੈ, ਪਾਵਰ ਵਰਤਦਾ। ਅਕਾਲੀ 2016 ਤੱਕ ਛੇਤਰ ਨਾਲ ਸਹਿਆ ਕੁੱਟਦੇ ਰਹੇ, ਆਪਾਂ ਨੂੰ ਸਭ ਨੂੰ ਪਤਾ। ਉਹ ਵੀ ਕਹਿੰਦੇ ਸੀਗੇ ਕਿ ਅਸੀਂ ਨਹੀਂ ਹਾਰਦੇ, ਆ ਦੇਖੋ ਮੋਹਰ ਤੋਂ ਚੇਤਾ ਆ ਗਿਆ। ਇਹ ਬਿਹਾਰ ਜਿੱਤ ਕੇ ਤੇ ਕੁਛ ਜਿਮਨੀ ਚੋਣਾਂ ਜਿੱਤ ਕੇ ਭਾਜਪਾ ਵਾਲੇ ਕਹਿੰਦੇ ਸੀ ਕਿ ਲਓ ਜੀ ਦਿਲ ਤੇ ਮੋਹਰ ਲੱਗ ਗਈ ਹੈ। ਹੁਣ ਉਹਨਾਂ ਨੂੰ ਪੁੱਛਣਾ ਹੋਵੇ, ਵੈਸੇ ਹਰਜੀਤ ਗਰੇਵਾਲ ਤੇ ਇੱਥੇ ਆਇਆ ਹੀ ਨਹੀਂ ਹੈ। ਗਰੇਵਾਲ ਦੇ ਸ਼ਹਿਰ 'ਚ ਉੱਦਾਂ ਜਿੱਥੋਂ ਇਲੈਕਸ਼ਨ ਲੜਦੇ ਰਾਜਪੁਰੇ ਤੋਂ, ਉੱਥੋਂ 2 ਸੀਟਾਂ ਜ਼ਰੂਰ ਕੱਢੀਆਂ ਨੇ, 2 ਵਾਰਡ ਜ਼ਰੂਰ ਜਿੱਤੇ ਆ। ਪਰ ਜੇ ਆਪਾਂ ਦੇਖੀਏ ਤਾਂ ਹਰਜੀਤ ਗਰੇਵਾਲ ਇੱਕ ਵਾਰੀ ਵੀ ਆ ਕੇ ਪ੍ਰਚਾਰ 'ਚ ਹਿੱਸਾ ਨਹੀਂ ਲੈ ਪਾਏ।
ਪਤਾ ਨਹੀਂ ਉਹਨਾਂ ਦਾ ਰੁਝੇਵਾਂ ਕਿਸ ਤਰ੍ਹਾਂ ਦਾ ਰਹੇਗਾ। ਤਾਂ ਇਹ ਕਹਿੰਦੇ ਸੀਗੇ ਕਿ ਮੋਹਰ ਹੈ ਜੀ, ਮੋਹਰ ਹੈ। ਤਾਂ ਹੁਣ ਇਹ ਵਿਰੋਧੀ ਮੋਹਰ ਵੀ ਮੰਨਣਗੇ ਜਾਂ ਨਹੀਂ ਮੰਨਣਗੇ, ਵੇਖਣਾ ਹੋਏਗਾ ਕੋਈ ਪ੍ਰੈਸ ਕਾਨਫਰੰਸ ਕਰੂਗੇ ਜਾਂ ਨਹੀਂ ਕਰੂਗੇ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੋਆ ਕਿ ਸਾਰਾ ਕੁਝ ਵਾਪਰਿਆ ਇਹਨਾਂ ਇਲੈਕਸ਼ਨਾਂ ਦੇ ਵਿੱਚ। ਆਜ਼ਾਦ ਉਮੀਦਵਾਰਾਂ ਨੂੰ ਕਈ ਥਾਈਂ ਅਕਾਲੀਆਂ ਨੇ ਸਪੋਰਟ ਕੀਤੀ, ਐਲਾਨੀਆਂ ਕੀਤੀ ਆ। ਟੱਪਾ ਮੰਡੀ ਦੇ ਵਿੱਚ ਤਾਂ ਕਾਰਵਾਈ ਵੀ ਹੋਈ ਆ ਕਿ ਇਹਨਾਂ ਦੇ ਬੰਦਿਆਂ ਨੇ ਕਾਂਗਰਸੀ ਬੰਦੇ ਜਿਤਾਏ ਆ, ਉਹਨਾਂ ਨੂੰ ਪਾਰਟੀ 'ਚੋਂ ਵੀ ਕੱਢ ਦਿੱਤਾ ਗਿਆ। ਕੁਝ ਥਾਵਾਂ ਤੇ ਕਾਂਗਰਸੀਆਂ ਨੇ ਆਜ਼ਾਦ ਜਿਤਾ ਦਿੱਤੇ। ਮਤਲਬ ਕਿ ਬਰਨਾਲੇ ਦੇ ਵਿੱਚ ਐਸੀਆਂ ਚੀਜ਼ਾਂ ਵਾਪਰੀਆਂ ਕਿ ਜਿੱਦਾਂ ਲਾ ਲਓ ਪਾਰਟੀ ਸਿੰਬਲ ਤੋਂ ਉਹਨਾਂ ਨੇ ਕਿਨਾਰਾ ਕਰਕੇ ਇਲੈਕਸ਼ਨ ਲੜਿਆ। ਭਾਜਪਾ ਦੇ ਕੁਝ ਦੋ ਖਾਸ ਬੰਦੇ ਸੀਗੇ, ਅਹੁਦੇਦਾਰ, ਤਗੜੇ ਅਹੁਦੇਦਾਰ ਕਹੇ ਜਾ ਸਕਦੇ ਆ, ਉਹ ਜਿੱਤ ਗਏ ਆਪਣੇ ਰਸੂਖ ਦੇ ਸਿਰ ਤੇ ਕਹਿ ਲਓ ਜਾਂ ਸਮਰਥਨ ਦੇ ਸਿਰ ਤੇ ਕਹਿ ਲਓ। ਤਾਂ ਇਸ ਤਰ੍ਹਾਂ ਬਹੁਤ ਥਾਵਾਂ ਤੇ ਹੋਇਆ। ਜਿੱਦਾਂ ਆਪਾਂ MLA ਦੇ ਘਰੋਂ ਗੱਲ ਕਰਦੇ ਹਾਂ ਕਿ ਉਹ ਹਾਰ ਗਏ, ਫਿਰ ਚਰਨਜੀਤ ਚੰਨੀ ਦੇ ਭਰਾ ਹਾਰ ਗਏ। ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਚੀਜ਼ ਹੈ ਕਿ ਜਿਹੜੇ ਹੇਠਲੇ ਪੱਧਰ ਤੇ ਕਾਡਰ ਨਿਰਾਸ਼ ਹੁੰਦਾ ਪਰਿਵਾਰਵਾਦ ਕਰਕੇ, ਜਾਂ ਕਈ ਵਾਰ ਹੋਰ ਚੀਜ਼ਾਂ ਵਾਪਰਦੀਆਂ। ਪਾਰਟੀ ਦਾ ਜਿਵੇਂ ਭਾਜਪਾ ਦਾ ਇਸ ਵੇਲੇ ਸਟੇਟਸ ਹੀ ਜਿਹੜਾ ਉਹ ਬਹੁਤ ਵਿਵਾਦਤ ਹੋਇਆ ਪਿਆ। ਤਾਂ ਪਰਸਨਲ ਰਸੂਖ ਜਿਹੜਾ ਹੁੰਦਾ ਕਈ ਵਾਰ ਉਹ ਕੰਮ ਕਰ ਜਾਂਦਾ, ਜਾਂ ਕਈ ਵਾਰ ਹੇਠਲੇ ਪੱਧਰ ਤੇ ਜਿਹੜਾ ਗੱਠਜੋੜ ਹੁੰਦਾ ਉਹ ਕੰਮ ਕਰ ਜਾਂਦਾ। ਸੋ ਸਾਰਾ ਕੁਛ ਹੀ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ। ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਕਹਿ ਲਏਗੀ ਕਿ ਆਜ਼ਾਦ ਅੱਛਾ ਹੈ, ਜਾਂ ਅਸੀਂ ਆਪਣਾ ਜਿਹੜਾ ਨਵੇਂ ਸਿਰੇ ਤੋਂ ਫਿਰ ਤੈਅ ਕਰਾਂਗੇ। ਭਾਜਪਾ ਵਾਲੇ ਕਹਿ ਸਕਦੇ ਆ ਕਿ ਸਾਡੇ ਕੋਲ ਗਵਾਉਣ ਲਈ ਹੈ ਹੀ ਕੁਛ ਨਹੀਂ, ਗਵਾ ਚੁੱਕੇ ਸੀ ਪਹਿਲਾਂ। ਕਾਂਗਰਸ ਤੋਂ ਕਹਿ ਹੀ ਰਹੀ ਆ, ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਕਿ ਦੇਖ ਲਓ ਜੀ ਇਹ ਸਭ ਜਿਹੜਾ ਕੂੜਕਬਾੜਾ ਕਰਦੇ ਸੀਗੇ ਉਹਦਾ ਨਤੀਜਾ ਸਾਹਮਣੇ ਹੈ ਤੁਹਾਡੇ। ਪਰ ਅਕਾਲੀ ਆਪਣੇ ਪੱਧਰ ਤੇ ਕਹਿ ਰਹੇ ਆ ਕਿ ਠੀਕ ਹੈ ਕਿ ਨਾ ਉਹ ਅਸੀਂ ਬਿਹਤਰ ਪੋਜੀਸ਼ਨ ਦੇ ਵਿੱਚ ਹਾਂ, ਬਿਹਤਰ ਟੱਕਰ ਦੇ ਸਕਦੇ। ਤਾਂ ਸਾਰੇ ਆਪੋ ਆਪਣੇ ਨਜ਼ਰੀਏ ਦੇ ਨਾਲ ਇਸ ਚੋਣ ਨੂੰ ਵੇਖਣਗੇ। ਪਰ ਇਹਨੂੰ ਚੋਣ ਨੂੰ ਜੇ ਦੇਖਣਾ ਹੋਵੇ ਤਾਂ ਸਿਰਫ ਇਸੇ ਤਰੀਕੇ ਨਾਲ ਹੀ ਦੇਖੋ ਕਿ ਜਿਹਦੇ ਕੋਲ ਜ਼ੋਰ ਹੁੰਦਾ ਬਹੁਤ ਹੱਦ ਤੱਕ ਲੋਕ ਵੀ ਉਹਦੇ ਹੱਕ 'ਚ ਭੁਗਤਦੇ ਆ, ਅਫਸਰਸ਼ਾਹੀ ਵੀ ਉਹਦੇ ਹੱਕ 'ਚ ਭੁਗਤਦੀ ਆ। ਪਰ ਹੇਠਲੇ ਪੱਧਰ ਤੇ ਮੁੱਦੇ ਅਲੱਗ ਹੁੰਦੇ ਆ, ਸੂਖ ਅਲੱਗ ਹੁੰਦਾ। ਉਹ ਆਪਣੀ ਥਾਂ ਤੇ ਉਹ ਅਲੱਗ ਚੀਜ਼ਾਂ ਨੇ, ਉਹ ਅਲੱਗ। ਜਿੱਦਾਂ ਹੁਣ ਕਹਿ ਲਓ ਕਿ ਬਹੁਤ ਥਾਵਾਂ ਤੋਂ ਆਜ਼ਾਦ ਉਮੀਦਵਾਰ ਉਹ ਜਿੱਤੇ ਆ ਜਿਹੜੇ ਕਿ ਦੋਨਾਂ ਪਾਰਟੀਆਂ ਦੇ ਹੀ ਚਹੇਤੇ ਸੀ। ਮਤਲਬ ਕਿ ਹੇਠਲੇ ਪੱਧਰ ਤੇ ਜਿਹੜਾ ਕਾਡਰ ਹੁੰਦਾ ਉਹਨੂੰ ਦੋਨਾਂ ਪਾਰਟੀਆਂ ਦੇ ਕਾਡਰ ਨੂੰ ਬੰਦਾ ਚੰਗਾ ਲੱਗਾ। ਬਹੁਤ ਕੁਛ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ। ਬਹੁਤ ਅੱਛੇ ਉਮੀਦਵਾਰ ਵੀ ਜਿੱਤੇ, ਕਾਬਿਲ ਉਮੀਦਵਾਰ ਵੀ ਜਿੱਤੇ ਆ, ਕਈ ਹਾਰੇ ਵੀ ਹੈ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਸੀਗਾ ਕਿ ਲੰਮੀ ਰੇਸ ਦੇ ਘੋੜੇ ਆ। ਪਰ ਖੈਰ ਇਹ ਛੋਟੀਆਂ ਇਲੈਕਸ਼ਨਾਂ ਜਿਹੜੀਆਂ ਉਸੇ ਤਰ੍ਹਾਂ ਦੀਆਂ ਹੁੰਦੀਆਂ, ਰੰਗ ਬਿਰੰਗੀਆਂ। ਬਾਕੀ ਦੇਖੋ ਹੁਣ ਕੱਲ੍ਹ ਨੂੰ ਕੀ ਨਵਾਂ ਪਿਟਾਰਾ ਖੁੱਲ੍ਹਦਾ ਅਖਬਾਰਾਂ ਦੇ ਵਿੱਚ, ਕੀ ਕੁਛ ਨਵਾਂ ਦਿਲਚਸਪ ਪੜ੍ਹਨ ਨੂੰ ਮਿਲਦਾ। ਇਹ ਤਾਂ ਮੋਟੇ ਤੌਰ ਤੇ ਜੋ ਮੈਂ ਇਕੱਠਾ ਕਰ ਸਕਿਆ ਹੁਣ ਤੱਕ ਉਹ ਤੁਹਾਨੂੰ ਦੱਸ ਦਿੱਤਾ। ਜੀ, ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਦੇ ਲਈ। ਅਗਲੀ ਆਪਾਂ ਮਿੰਟੂ ਜੀ ਜੇ ਗੱਲ ਕਰਦੇ ਜਾਈਏ ਤਾਂ ਨਿਕਿਤਾ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ। ਦਿਸ਼ਾ ਨੂੰ ਸਮਰਥਨ ਦੇਣ ਵਾਲੀ ਬ੍ਰਿਟਿਸ਼ ਸਾਂਸਦ ਨੂੰ ਭਾਰਤੀ ਹਾਈ ਕਮਿਸ਼ਨ ਨੇ ਪੱਤਰ ਲਿਖਤਾ ਜੀ। ਹਾਂਜੀ ਦੇਖੋ, ਇਹ ਉਹ ਸ਼ਾਂਤਨੂ ਸੀਗਾ ਜਿਹੜਾ ਇੰਜੀਨੀਅਰ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ ਸੀਗਾ, ਉਹਨੂੰ ਵੀ ਬੇਲ ਮਿਲ ਗਈ ਆ। ਇਸ ਮਾਮਲੇ 'ਚ ਅਪਡੇਟ ਨੋਟ ਕਰ ਲਿਓ ਤੁਸੀਂ। ਹੁਣ ਤਾਜ਼ਾ ਖਬਰ ਇਹ ਆ ਕਿ ਜਿਹੜੀ ਸਹਿ ਮੁਲਜ਼ਮਾ ਸੀਗੀ ਇਸ ਕੇਸ ਦੇ ਵਿੱਚ ਦਿਸ਼ਾ ਦੇ ਨਾਲ, ਬੀਬੀ ਨਿਕਿਤਾ ਜੈਕਬ, ਤੇ ਉਹਨੂੰ ਵੀ ਜ਼ਮਾਨਤ ਜਿਹੜੀ ਆ ਉਹ ਮਿਲ ਗਈ ਆ। ਹਾਈ ਕੋਰਟ ਤੋਂ ਵੱਡੀ ਰਾਹਤ ਆ। ਤੇ ਹਾਈ ਕੋਰਟ ਦੇ ਵਿੱਚ ਇਸ ਤਰ੍ਹਾਂ ਦੀ ਰਾਹਤ ਜਿਹੜੀ ਹੁੰਦੀ, ਵੈਸੇ ਤਾਂ ਇਹਨੂੰ ਜਿਵੇਂ ਆਪਾਂ ਕਹਿ ਲਈਏ ਇੰਟਰਮ ਬੇਲ ਹੁੰਦੀ ਹੈ, ਜਿੱਦਾਂ ਇੱਕ ਅੰਤਰਿਮ ਰਾਹਤ ਹੁੰਦੀ ਹੈ ਕੁਛ ਦਿਨ ਵਾਸਤੇ, ਤੇ ਉਹਦੇ 'ਚ ਕੁਛ ਸ਼ਰਤਾਂ ਹੁੰਦੀਆਂ ਨੇ। ਪਰ ਬਹੁਤ ਹੱਦ ਤੱਕ ਤੁਸੀਂ ਕਹਿ ਲਓ ਕਿ ਮਜ਼ਬੂਤ ਹੋ ਜਾਂਦਾ ਬੰਦੇ ਦਾ ਪੱਖ ਜਦੋਂ ਤੁਹਾਨੂੰ ਇੱਕ ਵਾਰੀ ਇੰਟਰਮ ਬੇਲ ਮਿਲ ਜਾਂਦੀ ਆ। ਤਾਂ ਉਹ ਐਕਸਟੈਂਡ ਹੋ ਜਾਂਦੀ ਆ। ਫਿਰ ਇਹਨਾਂ ਨੂੰ ਕੋਰਟ ਨੂੰ ਵੀ ਪਤਾ ਲੱਗਦਾ ਕਿ ਬੰਦਾ ਕਿਤੇ ਨਹੀਂ ਚੱਲਿਆ, ਪੱਕੀ ਬੇਲ ਵੀ ਦੇ ਦਿੰਦੇ ਨੇ। ਔਰ ਦੂਜੀ ਗੱਲ ਇਹ ਕਿ ਉਦੋਂ ਤੱਕ ਬੰਦਾ ਕਿਤੇ ਪਹੁੰਚ ਕੇ ਸੇਫ ਜ਼ੋਨ 'ਚ ਕਹਿ ਸਕਦੇ ਹੋ ਤੁਸੀਂ, ਕਿਤੇ ਪਹੁੰਚ ਕੇ ਸੋਚ ਸਕਦਾ ਕਿ ਮੈਨੂੰ ਆਹ ਕੀ ਕਰਨਾ ਚਾਹੀਦਾ। ਤਾਂ ਬਹੁਤ ਕੁਛ ਹੋ ਜਾਂਦਾ। ਕਹਿਣ ਦਾ ਮਤਲਬ ਇਹ ਛੋਟੀ ਰਾਹਤ ਨਹੀਂ ਹੁੰਦੀ। ਵੈਸੇ ਮੈਂ ਤੁਹਾਨੂੰ ਨਖੇੜਾ ਕਰਕੇ ਦੱਸਿਆ ਕਿ ਪੱਕੀ ਜ਼ਮਾਨਤ ਨਹੀਂ ਹੁੰਦੀ, ਇਹ ਵਕਤੀ ਤੌਰ ਤੇ ਜ਼ਮਾਨਤ ਹੁੰਦੀ ਹੈ, ਪਰ ਬੰਦੇ ਵਾਸਤੇ ਬਹੁਤ ਵੱਡੀ ਰਾਹਤ ਹੁੰਦੀ ਹੈ। ਖੈਰ ਦੂਜੀ ਚੀਜ਼ ਇਸ ਮਾਮਲੇ ਦੇ ਵਿੱਚ ਇਹ ਆ ਕਿ ਜਿਵੇਂ ਤੁਸੀਂ ਕਿਹਾ ਕਿ ਪੱਤਰ ਲਿਖਿਆ ਗਿਆ, ਜਿਹੜੀ ਬੀਬੀ ਸੀਗੀ ਕਲਾਉਡੀਆ ਵੈਬਰ ਜੀ, ਤਾਂ ਉਹਨੂੰ ਇਹ ਪੱਤਰ ਲਿਖਿਆ ਗਿਆ, ਖੁੱਲ੍ਹਾ ਪੱਤਰ ਲਿਖਿਆ। ਵੈਸੇ ਉੱਥੇ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਤਨਮਨਜੀਤ ਸਿੰਘ ਢੇਸੀ ਆ ਜੀ, ਉਹ ਵੀ ਬੀਬੀ ਕਲਾਉਡੀਆ ਦੇ ਨਾਲ ਰਲ ਕੇ ਕੋਸ਼ਿਸ਼ ਕਰ ਰਹੇ ਆ ਕਿ ਹਾਊਸ ਆਫ ਕਾਮਨਸ ਦੇ ਵਿੱਚ ਚਰਚਾ ਹੋ ਜਾਵੇ। ਤੇ ਉੱਥੇ ਵੈਸੇ ਮੇਰੇ ਖਿਆਲ ਦੇ ਨਾਲ ਕੋਈ ਸ਼ਰਤ ਹੈ ਕਿ ਤੁਹਾਨੂੰ ਘੱਟੋ ਘੱਟ 1 ਲੱਖ ਬੰਦੇ ਦਾ ਸਮਰਥਨ ਚਾਹੀਦਾ ਹੈ, ਪਟੀਸ਼ਨ ਸਾਈਨ ਕਰਨੀ ਪੈਂਦੀ ਹੈ। ਜੀ ਜੀ,
हाँ जी ई ਪਟੀਸ਼ਨ ਜਿਹੜੀ ਆ ਉਹ ਸਾਈਨ ਕਰਵਾਉਣੀ ਪੈਂਦੀ ਹੈ। ਉਹ ਹੋ ਗਈ ਸੀ ਦੱਸਦੇ ਸੀ। ਜੀ ਸੌਰੀ ਜੀ। हाँ जी हाँ जी ਤਾਂ ਉਸੇ ਮੁਤਲਕ ਹੀ ਪੱਤਰ ਲਿਖਿਆ ਗਿਆ। ਮਤਲਬ ਜਿਹੜਾ ਇਹ ਪੱਤਰ ਲਿਖਿਆ ਗਿਆ ਜੋ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਉਹਦਾ ਬੈਕਗਰਾਉਂਡ ਥੋੜਾ ਸਮਝਾ ਰਿਹਾ ਸੀਗਾ ਕਿ ਤੁਸੀਂ ਇਹ ਪਤਾ ਲੱਗ ਜਾਵੇ ਕਿ ਕਾਹਤੋਂ ਪੱਤਰ ਲਿਖਿਆ ਗਿਆ ਬੀਬੀ ਕਲੌਡੀਆ ਨੂੰ। ਤਾਂ ਉਹ ਪੱਤਰ ਇਸੇ ਕਰਕੇ ਲਿਖਿਆ ਗਿਆ ਕਿ ਤੁਸੀਂ ਜੋ ਫਾਰਮਰ ਐਜੂਕੇਸ਼ਨ ਦੀ ਸਪੋਰਟ ਕਰਨੇ ਹੋ ਜਾਂ ਦਿਸ਼ਾ ਹੋਰਾਂ ਦੀ ਗ੍ਰਿਫਤਾਰੀ ਹੈ ਜਿਹਦੀ ਮੁਖਾਲਫਤ ਕਰਦੇ ਹੋ, ਤਾਂ ਉਹ ਚੀਜ਼ਾਂ ਸਾਫ਼ ਕਰਨ ਦਾ ਯਤਨ ਕੀਤਾ ਗਿਆ ਹੈ। ਤਾਂ ਜੋ ਖੁੱਲ੍ਹਾ ਖੱਤ ਲਿਖਿਆ ਗਿਆ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਭਾਰਤ ਦੀ ਸੰਸਦ ਵਿੱਚ ਖੇਤੀ ਕਾਨੂੰਨਾਂ 'ਤੇ ਚਰਚਾ ਦੇ ਬਾਅਦ ਇਹਨਾਂ ਨੂੰ ਪਾਸ ਕੀਤਾ ਗਿਆ ਅਤੇ ਤੁਰੰਤ ਪ੍ਰਭਾਵ ਦੇ ਨਾਲ 10 ਕਰੋੜ ਛੋਟੇ ਕਿਸਾਨਾਂ ਨੂੰ ਇਹਦਾ ਲਾਭ ਮਿਲਣਾ ਸ਼ੁਰੂ ਹੋ ਗਿਆ। ਜਿਹੜੇ ਕਿਸਾਨ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਵੈਸੇ ਉਹ ਇੱਕ ਥਾਂ 'ਤੇ ਇਸ ਸਮੂਹ ਨੂੰ ਛੋਟਾ ਜਿਹਾ ਸਮੂਹ ਦੱਸਦੇ ਆ, ਛੋਟਾ ਜਿਹਾ ਸਮੂਹ ਵਿਰੋਧ ਕਰ ਰਿਹਾ, ਤੇ ਉਹਨਾਂ ਨਾਲ ਵੀ ਭਾਰਤ ਸਰਕਾਰ ਨੇ 11 ਗੇੜ ਦੀ ਗੱਲਬਾਤ ਜਿਹੜੀ ਆ ਉਹ ਕਰ ਲਈ ਆ, ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਸੋ ਹੁਣ ਇਹ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦਾ ਖੁੱਲ੍ਹਾ ਪੱਤਰ ਆ। ਵੈਸੇ ਇਹਦੇ ਵਿੱਚ ਬੰਦ ਬਹੁਤ ਕੁਛ ਆ। ਕਿਉਂਕਿ ਦੇਖੋ ਸੰਸਦ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੋਈ ਇਹਨਾਂ ਬਿੱਲਾਂ 'ਤੇ ਆਪਾਂ ਨੂੰ ਸਭ ਨੂੰ ਪਤਾ ਹੈ, ਰਾਜ ਸਭਾ ਦੇ ਵਿੱਚ ਖਾਸ ਤੌਰ 'ਤੇ, ਪਰ ਉਹਨਾਂ ਨੂੰ ਪਤਾ ਨਹੀਂ, ਹੁਣ ਪਤਾ ਹੈ ਕਿ ਨਹੀਂ ਬਾਹਰਲਿਆਂ ਨੂੰ ਕਿ ਕੀ ਹੋਇਆ ਕੀ ਨਹੀਂ ਹੋਇਆ, ਔਰ ਕਰੋਨਾ ਕਾਲ ਦੇ ਵਿੱਚ ਕਿਸ ਤਰ੍ਹਾਂ ਆਰਡੀਨੈਂਸ ਆਏ ਇਹ ਤੇ ਸਭ ਕੁਛ ਪਤਾ ਨਹੀਂ, ਪਤਾ ਹੀ ਹੋਏਗਾ ਮੇਰੇ ਖਿਆਲ, ਪਰ ਮੈਨੂੰ ਨਹੀਂ ਪਤਾ ਕਿ ਉਹਨਾਂ ਨੂੰ ਪਤਾ ਹੈ ਕਿ ਨਹੀਂ। ਪਰ ਦੂਜੀ ਗੱਲ ਵੇਖੋ, ਇਹ ਕਹਿੰਦੇ ਕਿ 10 ਕਰੋੜ ਛੋਟੇ ਕਿਸਾਨਾਂ ਨੂੰ ਇਹਨਾਂ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ। ਕਮਾਲ ਹੀ ਹੋ ਗਈ। ਸਭ ਤੋਂ ਵੱਡਾ ਕੁਫਰ ਆ ਜਿਹੜਾ ਕਿ ਮੇਰੇ ਖਿਆਲ ਦੇ ਨਾਲ ਕੱਲ ਸਾਡੇ ਜਿਹੜੇ ਮਾਨਯੋਗ ਪ੍ਰਧਾਨ ਸੇਵਕ ਨਰਿੰਦਰ ਦਮੋਦਰ ਦਾਸ ਮੋਦੀ ਜੀ ਆ, ਉਹਨਾਂ ਨੇ ਵੀ ਤੋਲਿਆ। ਉਹਨਾਂ ਨੇ ਵੀ ਕੱਲ ਕਿਹਾ ਕਿ ਦੇਖੋ ਜੀ ਇਹ ਜਿਹੜੇ ਬਿੱਲ ਨੇ ਜਾਂ ਕਾਨੂੰਨ ਹੈ ਜਿਹੜੇ ਛੋਟੇ ਤੇ ਸੀਮਾਂਤ ਕਿਸਾਨਾਂ ਵਾਸਤੇ ਬਹੁਤ ਲਾਭਦਾਇਕ ਆ। ਹੁਣ ਇਹ ਵੀ ਕਹਿ ਰਹੇ ਕਿ 10 ਕਰੋੜ ਛੋਟੇ ਕਿਸਾਨਾਂ ਨੂੰ ਲਾਭ ਮਿਲੂਗਾ। ਮਤਲਬ ਕਿ ਆਲਮੋਸਟ ਲਾ ਲਓ ਕਿ ਕਿਸਾਨੀ ਨਾਲ ਜਿੰਨੇ ਜੁੜੇ ਆ ਉਹਦੇ ਵਿੱਚ ਜੇ ਦੇਖੋਗੇ ਤੁਸੀਂ ਜਿੰਨੇ ਪਰਿਵਾਰ ਜੁੜੇ ਆ 10-12 ਕਰੋੜ ਤੇ ਭੂਮੀਹੀਨ ਆ ਵਿਚਾਰੇ। ਮਤਲਬ ਕਿ ਦੂਜੇ ਜਿਹੜੇ ਬਚੇ ਜਿੰਨੇ ਕੁ ਉਹਨਾਂ ਨੂੰ ਸਾਰਿਆਂ ਨੂੰ ਲਾਹਾ ਮਿਲੇਗਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਆ ਕਿ ਲਾਹਾ ਮਿਲੇਗਾ ਕਿਸ ਤਰ੍ਹਾਂ, ਉਹ ਵੀ ਤੇ ਦੱਸੋ ਨਾ ਤੁਸੀਂ। ਲਾਹਾ ਮਿਲੇਗਾ ਕਿਸ ਤਰ੍ਹਾਂ ਇਹ ਵੀ ਤੇ ਦੱਸੋ, ਨਾਲ ਇਹ ਵੀ ਦੱਸੋ ਕਿ ਇਹ ਕਦੋਂ ਇਸ ਮਾਡਲ ਤੋਂ ਬਾਹਰ ਸੀਗੇ। ਮੈਂ ਤੁਹਾਨੂੰ ਨਿੱਕੀ ਜਿਹੀ ਮਿਸਾਲ ਦੇਣਾ ਕਿ ਜਦ ਇਹਨਾਂ ਚੀਜ਼ਾਂ ਦਾ ਲਾਹਾ APMC ਜਾਂ MSP ਉਹਦਾ ਲਾਹਾ ਮਿਲਦਾ ਹੀ ਪੰਜਾਬ ਤੇ ਹਰਿਆਣੇ ਨੂੰ ਹੈ 6% ਕਿਸਾਨਾਂ ਨੂੰ, ਤਾਂ 94% ਕਿਸਾਨ ਤਾਂ ਪਹਿਲਾਂ ਹੀ ਖੁੱਲੀ ਮੰਡੀ ਦਾ ਲਾਹਾ ਲੈ ਰਹੇ ਸੀਗੇ। ਉਹਨਾਂ ਦੇ ਕੋਲ ਤੇ ਉਹ ਬਦਲ ਮੌਜੂਦ ਸੀਗਾ, ਦੋਨੇ ਤਰ੍ਹਾਂ ਦਾ ਬਦਲ ਮੌਜੂਦ ਹੈ ਉਹਨਾਂ ਦੇ ਕੋਲ। ਕਾਂਟਰੈਕਟ ਫਾਰਮਿੰਗ ਤੇ ਵੀ ਕੋਈ ਅੜਿੱਕਾ ਨਹੀਂ ਹੈ, ਵੱਖ-ਵੱਖ ਰਾਜਾਂ ਦੇ ਵੱਖਰੇ ਵੱਖਰੇ ਕਾਨੂੰਨ ਹੈ। ਰਾਜਸਥਾਨ 'ਚ ਵੀ ਕਾਨੂੰਨ ਹੈਗਾ ਕਾਂਟਰੈਕਟ ਫਾਰਮਿੰਗ ਦਾ, ਬਹੁਤ ਸਾਰੀਆਂ ਸਟੇਟਾਂ ਨੇ ਆਪਣੇ ਪੱਧਰ ਤੇ ਇਸ ਤਰ੍ਹਾਂ ਦੇ ਕਾਨੂੰਨ ਬਣਾ ਰੱਖੇ ਆ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਵੈਸੇ ਤਾਂ ਜਿਹੜੇ ਕਾਨੂੰਨ ਆ ਉਹ ਹਾਲੇ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਹੀ ਨਹੀਂ ਹੋਏ, ਕੁਛ ਹਫ਼ਤੇ ਲਾਗੂ ਰਹੇ, ਬਾਅਦ ਦੇ ਵਿੱਚ ਹੋਲਡ ਕਰ ਦਿੱਤੇ ਗਏ। ਲਾਹਾ ਕੀ ਮਿਲ ਗਿਆ 10 ਕਰੋੜ ਛੋਟੇ ਕਿਸਾਨ ਨੂੰ, ਔਰ ਜੇ ਮਿਲਿਆ ਹੈ ਤਾਂ ਕਿਸ ਤਰ੍ਹਾਂ ਮਿਲਿਆ ਉਹ ਸਾਨੂੰ ਘੱਟੋ ਘੱਟ ਵਿਆਖਿਆ ਕਰਕੇ ਦੱਸਣ ਦੀ ਜ਼ਰੂਰਤ ਪਏਗੀ ਇਹਨਾਂ ਨੂੰ ਕਿ ਕਿਸ ਤਰ੍ਹਾਂ ਲਾਹਾ ਮਿਲਿਆ। ਕੀ ਕਾਸਟ ਘਟ ਗਈ, ਕਿ ਉਹਨਾਂ ਦੀ ਆਮਦਨ ਜਿਹੜੀ ਜਾਂ ਮੁਨਾਫਾ ਜਿਹੜਾ ਉਹ ਵੱਧ ਗਿਆ, ਜਾਂ ਤੁਸੀਂ ਕੋਈ ਸਬਸਿਡੀ ਦੇ ਦਿੱਤੀ ਆ, ਜਾਂ ਕੰਪਨੀਆਂ ਲੈ ਕੇ ਬਹੁਤ ਵੱਡੇ ਕਾਂਟਰੈਕਟ ਕਰ ਰਹੇ ਆ। ਤਾਂ ਮੈਂ ਤਾਂ ਹੈਰਾਨ ਆ ਕਿ 10 ਕਰੋੜ ਕਿਸਾਨ ਦੇ ਵਿੱਚੋਂ ਵੀ ਜੇ ਤੁਸੀਂ ਐਵਰੇਜ ਲਾ ਲਓ ਕਿ 6% ਨੂੰ ਕੱਢ ਦਿਓ, ਬਾਕੀ ਤੇ ਪਹਿਲਾਂ ਹੀ ਖੁੱਲੀ ਮੰਡੀ ਦੇ ਹਵਾਲੇ ਸੀਗੇ। ਜਿਹੜੇ ਇਸ ਤਰ੍ਹਾਂ ਦੇ ਪੱਤਰ ਲਿਖੇ ਜਾ ਰਹੇ ਆ ਕੌਮਾਂਤਰੀ ਪੱਧਰ ਤੇ, ਮੰਨ ਲਓ ਕੱਲ ਨੂੰ ਕਿਸੇ ਨੇ ਇਹੋ ਜਿਹੇ ਨੁਕਤੇ ਫੜ ਲਏ ਫਿਰ ਆਖਣ ਕੇ ਭਾਰਤ को ਬਦਨਾਮ ਕਰਨੇ की ये ਸਾਜ਼ਿਸ਼ ਹੈ। ਤਾਂ ਉਸ ਤੋਂ ਪਹਿਲਾਂ ਹੀ ਹੈ ਕਿ ਤੁਸੀਂ ਗੱਲ ਜਿਹੜੀ ਆ ਉਹ ਤਥਾਤਮਕ ਰੱਖੋ। ਹਰੇਕ ਨੂੰ ਗੱਲ ਰੱਖਣ ਦਾ ਹੱਕ ਆ, ਪਰ ਆਹ ਗੱਲ ਜ਼ਰੂਰ ਕਹੋ ਕਿ ਹਾਂ ਭਾਈ 6% ਨੂੰ ਅੱਗੇ ਮਿਲਦਾ ਸੀ, ਅਸੀਂ ਹੁਣ ਉਹਨਾਂ ਨੂੰ ਵੀ ਬਰੋਬਰ ਲਾ ਦੇਣਾ। ਜਿਵੇਂ ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਤੂੰ ਦਰਾਣੀ ਤੇ ਮੈਂ ਜਠਾਣੀ, ਤੇਰੇ ਅੱਗ ਨਾ ਤੇ ਮੇਰੇ ਪਾਣੀ। ਮਤਲਬ ਕਿ ਦੋਵੇਂ ਇੱਕੋ ਜਿਹੇ ਆ, ਨਾ ਸਾਡੇ ਘਰੇ ਆ ਗਿਆ ਤੇ ਨਾ ਸਾਡੇ ਘਰ ਪਾਣੀ ਆ। ਇੱਕੋ ਜਿਹੇ ਕਰਨੇ ਆ। ਉਹ ਜਿਹੜੇ 6% ਲਾਹਾ ਲੈਂਦੇ ਸੀਗੇ ਅਸੀਂ ਹੁਣ ਉਹਨਾਂ ਨੂੰ ਵੀ ਉਸੇ ਸੂਚੀ 'ਚ ਪਾ ਦੇਣਾ। ਬਾਕੀ ਦਿਲਚਸਪ ਗੱਲ ਜਿਹੜੀ ਆ ਉਹ ਦੇਸ਼ ਧਰੋਹ ਦੇ ਕੇਸਾਂ ਨੂੰ ਲੈ ਕੇ ਇੱਕ ਟਿੱਪਣੀ ਆਈ ਆ, ਮੈਂ ਉਹ ਤੁਹਾਨੂੰ ਸੁਣਾ ਕੇ ਨਾਲ ਦੀ ਨਾਲ ਆਪਣੀ ਗੱਲ ਖਤਮ ਕਰ ਦੇਣਾ, ਤੁਸੀਂ ਅਗਲੀ ਗੱਲ ਸਟਾਰਟ ਕਰ ਲਿਓ। ਉਹਨਾਂ ਨੇ ਦਿੱਲੀ ਪੁਲਿਸ ਵਾਲਿਆਂ ਨੇ ਜਿਸ ਤਰ੍ਹਾਂ ਮੁਕੱਦਮੇ ਬਣਾਏ ਆ ਕਿਸਾਨਾਂ ਤੇ 2 ਕਿਸਾਨ ਇਸ ਤਰ੍ਹਾਂ ਦੇ ਸੀ ਹਰਿਆਣੇ ਦੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹਨਾਂ ਨੇ
ਵੀਡੀਓ ਸ਼ੇਅਰ ਕਰਕੇ ਦੇਸ਼ ਕੀਤਾ। ਵੀਡੀਓ ਸ਼ੇਅਰ ਤੋਂ ਦੇਸ਼ ਧਰੋਹ ਹੈ। ਉਰੇ ਦੇਖੋ ਕਿਸ ਖਤਰਨਾਕ ਦੌਰ ਦੇ ਵਿੱਚ ਦਾਖਲ ਹੋ ਰਹੇ ਆ ਤੁਸੀਂ। ਉਹ ਕਹਿ ਰਹੇ ਸੀ ਤਾਨਾਸ਼ਾਹੀ ਬਾਨਾਸ਼ਾਹੀ, ਅਤੇ ਉਹ ਹੁਣ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝੋ ਕਿ ਅਸੀਂ ਕਿਸ ਦਿਸ਼ਾ ਵੱਲ ਵੱਧ ਰਹੇ ਹਾਂ। ਸਾਡੇ ਕੋਲ ਤੇ ਇਹ ਹਾਲ ਆ ਕਿ ਵੀਡੀਓ ਮਤਲਬ ਹੁਣ ਦੇਖੋ ਬਹੁਤੇ ਲੋਕ ਸਾਡੇ ਸਮਾਰਟਫੋਨ ਚਲਾ ਲੈਂਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਮੈਂ ਪੰਜਾਬੀ ਦੇਖਿਆ, ਇਹਨਾਂ ਨੂੰ ਜੇ ਕੋਈ ਐਸੀ ਵੀਡੀਓ ਮਿਲ ਜਾਵੇ ਜਿਹੜੀ ਕਿ ਬੰਦਾ ਇਹਨਾਂ ਨੂੰ ਚੰਗਾ ਨਹੀਂ ਲੱਗਦਾ, ਬਹੁਤ ਮੈਂ ਸਾਰੇ ਪੰਜਾਬੀਆਂ ਦੀ ਨਹੀਂ ਗੱਲ ਕਰਦਾ, ਕੁਛ ਦੀ ਗੱਲ ਕਰਦਾ ਕਿ ਜਿਹੜਾ ਬੰਦਾ ਚੰਗਾ ਨਹੀਂ ਲੱਗਦਾ ਉਹਦੇ ਉਲਟ ਕੋਈ ਚੀਜ਼ ਆ ਗਈ, ਇਹ ਨਹੀਂ ਦੇਖਣੀ, ਉਹ ਵੈਰੀਫਾਈਡ ਕਰਨ ਦੇ ਵਸੀਲੇ ਸ਼ਾਇਦ ਨਾ ਪਤਾ ਹੋਵੇ ਆਮ ਬੰਦੇ ਨੂੰ, ਤਾਂ ਉਹ ਅੱਗੇ ਉਹਨਾਂ ਨੇ ਸਪਰੈਡ ਕਰ ਦੇਣੀ ਹੈ। ਤਾਂ ਹੁਣ ਕਈ ਵਾਰ ਇਹ ਹੁੰਦਾ ਕਿ ਚੀਜ਼ ਫੇਕ ਹੋ ਸਕਦੀ ਹੈ, ਫਾਲਸ ਹੋ ਸਕਦੀ ਆ, ਛੇੜਛਾੜ ਉਹਦੇ ਨਾਲ ਕੀਤੀ ਹੋ ਸਕਦੀ ਹੈ, ਪਰ ਕਿਸੇ ਸਧਾਰਨ ਕਿਸਾਨ ਕੋਲ ਆਈ, ਉਹਨੇ ਅੱਗੇ ਸ਼ੇਅਰ ਕਰਤੀ, ਤੁਸੀਂ ਉਹਨੂੰ ਦੇਸ਼ ਧਰੋਹੀ ਬਣਾਤਾ। ਤਾਂ ਉਹ ਮਾਮਲਾ ਜਦੋਂ ਗਿਆ ਦੋ ਕਿਸਾਨਾਂ ਦਾ, ਉਹਨਾਂ ਨੇ ਵੀਡੀਓ ਬਣਾਈ ਨਹੀਂ ਸੀ, ਮਤਲਬ ਕਿ ਸ਼ੇਅਰ ਵਗੈਰਾ ਕੀਤੀ ਸੀ। ਤਾਂ ਕੋਰਟ ਨੇ ਕਿਹਾ, ਮਾਨਯੋਗ ਕੋਰਟ ਨੇ ਬਹੁਤ ਖੂਬਸੂਰਤ ਟਿੱਪਣੀ ਕੀਤੀ। ਉਹਨਾਂ ਆਖਿਆ ਕਿ ਠੀਕ ਆ, ਅਮਨ ਕਾਨੂੰਨ ਵਾਸਤੇ ਤੁਹਾਡੇ ਕੋਲ ਦੇਸ਼ ਧਰੋਹ ਵਰਗਾ ਕਾਨੂੰਨ ਹੈ 124A, ਪਰੰਤੂ ਇਹਨੂੰ ਤੁਸੀਂ ਅਸਹਿਮਤੀ ਦਾ ਗਲ ਘੁੱਟਣ ਵਾਸਤੇ ਇਸਤੇਮਾਲ ਨਹੀਂ ਕਰ ਸਕਦੇ। ਇਹ ਬਹੁਤ ਵੱਡੀ ਟਿੱਪਣੀ ਹੈ ਜਿਹੜੀ ਗਾਂਹ ਜਾ ਕੇ ਬਹੁਤ ਸਾਰੇ ਕੇਸਾਂ ਦੇ ਵਿੱਚ, ਇਹੋ ਜਿਹੇ ਕੇਸਾਂ ਦੇ ਵਿੱਚ ਕੰਮ ਦਊਗੀ। ਉਸ ਤਰ੍ਹਾਂ ਅੰਕੜੇ ਵੀ ਆ ਗਏ ਆ, ਸਾਡੇ ਇੰਡੀਆ ਦੇ ਵਿੱਚ ਬੁਰਾ ਹਾਲ ਹੈ, ਬੌਂਕੇ ਦਿਹਾੜੇ ਆ ਕਿ ਦੇਸ਼ ਧਰੋਹ ਦੇ ਮਾਮਲੇ ਤੇ ਬੱਲੇ ਬੱਲੇ ਇੰਨੇ ਜ਼ਿਆਦਾ ਵਧੇ ਆ ਕਿ ਤੁਸੀਂ ਗੱਲ ਹੀ ਛੱਡ ਦਿਓ। 2010 ਤੋਂ 2020 ਤੱਕ 11,000 ਦੇਸ਼ਵਾਸੀਆਂ ਤੇ ਤਾਜੀ ਰਾਤੇ ਹਿੰਦ, ਉਹ ਬੋਲਦੇ ਹੁੰਦੇ ਸੀ ਨਾ ਫਿਲਮਾਂ ਦੇ ਵਿੱਚ, ਤਾਜੀ ਰਾਤੇ ਹਿੰਦ ਤਹਿਤ ਜਾਨੀ ਇੰਨੇ ਮੁਕੱਦਮੇ ਦਰਜ ਕੀਤੇ ਗਏ ਆ, 11,000 ਮੁਕੱਦਮੇ 124A ਲਾ ਕੇ। ਅਤੇ ਜਿਹੜੇ 65% ਇਹਨਾਂ 'ਚ ਮੁਕੱਦਮੇ ਆ, ਤੁਸੀਂ ਲਾ ਲਓ ਕਿੰਨੇ ਬਣ ਜਾਣਗੇ, 11,000 ਦੇ ਵਿੱਚੋਂ 65% ਕੱਢ ਲਓ। ਇਹ ਸਿਰਫ 6 ਸਾਲਾਂ ਦੇ ਮਾਨਯੋਗ ਪ੍ਰਧਾਨ ਸੇਵਕ ਨਰਿੰਦਰ ਦਮੋਦਰ ਦਾਸ ਜੀ ਦੇ ਸਮੇਂ ਕਾਲ ਦੇ ਵਿੱਚ ਇਹ ਦਰਜ ਕੀਤੇ ਗਏ ਆ। ਔਰ ਕਮਾਲ ਦੀ ਗੱਲ ਹੈ ਕਿ ਕਨਵਿਕਸ਼ਨ ਰੇਟ ਜਿਹੜੀ ਆ ਉਹ ਮਹਿਜ਼ 2% ਹੈ, 2% ਸਿਰਫ। ਬਹੁਤ ਵੱਡੇ ਪੱਧਰ ਤੇ ਇਸ ਕਾਨੂੰਨ ਦੀ ਦੁਰਵਰਤੋਂ ਹੋਣ ਦਾ ਇਸ ਵੇਲੇ ਇੰਡੀਆ ਪੂਰੇ ਦੇ ਵਿੱਚ ਚਰਚਾ। ਪਰ ਮਾਨਯੋਗ ਕੋਰਟ ਦੀ ਜਿਹੜੀ ਟਿੱਪਣੀ ਹੈ ਉਹ ਕਾਫੀ ਮੇਰੇ ਖਿਆਲ ਦੇ ਨਾਲ ਮਾਇਨਾ ਖੇਡ ਰਿਹਾ ਇਸ ਮਾਮਲੇ ਦੇ ਵਿੱਚ। ਇੱਕ ਵਾਰ ਫਿਰ ਇਸ ਗੱਲ ਦਾ ਇੱਥੇ ਬਹਿਸ ਵਟਈਆ ਹੋਣ ਡਿਆ ਦਿਸ਼ਾ ਦੀ ਗ੍ਰਿਫਤਾਰੀ ਤੋਂ ਬਾਅਦ ਕਿ ਅੰਗਰੇਜ਼ਾਂ ਦਾ ਕਾਨੂੰਨ ਜਿਹੜਾ ਭਾਈ ਉਹ ਤੁਸੀਂ ਇੱਥੋਂ ਦੇ ਹੁਣ ਦੇ ਲੋਕਾਂ ਤੇ ਕਿਉਂ ਪਾ ਰਹੇ ਹੋ, ਉਹਨਾਂ ਦੇ ਸਿਰ ਤੇ ਕਿਉਂ ਇਹ ਸਕੰਜਾ ਜਿਹੜਾ ਉਹ ਕੱਟ ਰਹੇ ਹੋ ਜੀ। ਜੀ 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 ਅਗਲੀ ਮਿੰਟੂ ਜੀ ਆਪਾਂ ਗੱਲ ਕਰ ਲਈਏ, ਕਿਸਾਨ ਮੋਰਚੇ ਨੇ ਦੇਸ਼ ਵਿਆਪੀ ਰੇਲ ਰੋਕੋ ਪ੍ਰੋਗਰਾਮ ਦੌਰਾਨ ਸ਼ਾਂਤਮਈ ਪ੍ਰਦਰਸ਼ਨ ਲਈ ਕੀਤੀ ਅਪੀਲ। ਹਾਂਜੀ ਦੇਖੋ, ਕੱਲ ਨੂੰ ਰੇਲਾਂ ਰੋਕਣੀਆਂ ਨੇ ਨਾ ਇਹਨਾਂ ਨੇ 4 ਘੰਟੇ ਜੀ, ਤੇ ਇਹਨਾਂ ਨੇ ਪ੍ਰੋਗਰਾਮ ਦਿੱਤਾ ਹੈ। ਵੈਸੇ ਦੇਖੋ ਕਿਸਾਨ ਫਿਰ ਵੀ ਕਿਸਾਨ ਹੁੰਦਾ, ਇਹਨਾਂ ਨੇ ਬਕਾਇਦਾ ਆਪਣੇ ਵਰਕਰਾਂ ਨੂੰ ਕਿਹਾ ਕਿ ਲੰਗਰ ਦਾ ਪ੍ਰਬੰਧ ਹੋਣਾ ਚਾਹੀਦਾ, ਕਿਉਂਕਿ ਰੇਲਾਂ ਰੋਕਣੀਆਂ ਨੇ ਨਾ 4 ਘੰਟੇ। ਹੁਣ ਉਹਦੇ 'ਚ ਬੱਚੇ ਵੀ ਹੋਣਗੇ, ਬਜ਼ੁਰਗ, ਮਾਤਾਵਾਂ ਸਾਡੀਆਂ ਵੀ ਹੋਣਗੇ, ਕੋਈ ਬਿਮਾਰ ਸ਼ੁਮਾਰ ਵੀ ਹੋ ਸਕਦਾ। ਮਤਲਬ ਕਿ ਇਹਨਾਂ ਨੇ ਕਿਹਾ ਕਿ ਲੰਗਰ ਪਾਣੀ ਦਾ ਪ੍ਰਬੰਧ ਕਰੋ, ਦਵਾ ਦੱਪੇ ਦਾ ਪ੍ਰਬੰਧ ਕਰੋ, ਐਮਰਜੈਂਸੀ ਦੀ ਕੋਈ ਪੈਂਦੀ ਹੈ ਤਾਂ ਬਿਲਕੁਲ ਤਿਆਰੀਆਂ ਰੱਖਣੀ ਵੀ ਕਿਸੇ ਆਮ ਬੰਦੇ ਨੂੰ ਕੋਈ ਖੇਚਲ ਨਾ ਕਰਨੀ ਪਵੇ, ਉਹਨੂੰ ਕੋਈ ਦਿੱਕਤ ਨਾ ਆਵੇ। ਸੋ ਇਹ ਇੱਕ ਪ੍ਰੋਗਰਾਮ ਉਹਨਾਂ ਦਾ ਜਿਹੜਾ ਉਹ ਅੱਜ ਸਾਹਮਣੇ ਆਇਆ, ਪੀਸੀ ਕੀਤੀ ਇਹਨਾਂ ਨੇ, ਪ੍ਰੈਸ ਕਾਨਫਰੰਸ ਕੀਤੀ ਆ, ਤਾਂ ਉਹਦੇ ਵਿੱਚ ਹੋਰ ਵੀ ਕਈ ਗੱਲਾਂ ਕੀਤੀਆਂ ਨੇ। ਖੈਰ ਸਾਰੀਆਂ ਗੱਲਾਂ ਤਾਂ ਹੁਣ ਆਪਾਂ ਕਰ ਨਹੀਂ ਸਕਦੇ, ਟਾਈਮ ਦੀ ਸ਼ਾਰਟੇਜ ਆ। ਤਾਂ ਇੱਕ ਤਾਂ ਇਹਨਾਂ ਨੇ ਇਹ ਕਿਹਾ ਵਾ ਕਿ ਜੋ ਮੁਜ਼ੱਫਰਪੁਰ ਦੇ ਵਿੱਚ ਗੁੰਡਾਗਰਦੀ ਕੀਤੀ ਗਈ, ਉੱਥੇ ਜਿਹੜਾ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀਗਾ, ਕਥਿਤ ਤੌਰ 'ਤੇ ਕੁਛ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਜਿਹੜੇ ਕਿ ਕਿਸੇ ਹਿੰਦੂ ਕਵੀ ਸੰਗਠਨ ਦੇ ਦੱਸੇ ਜਾਂਦੇ ਆ, ਤਾਂ ਉਹਦੀ ਇੱਕ ਤਾਂ ਨਿਖੇਧੀ ਕੀਤੀ ਗਈ ਆ। ਅਤੇ ਦੂਜਾ ਮੰਗ ਇਹ ਕਰਕੇ ਇਹਨਾਂ ਨੇ ਮਸਲਾ ਚੁੱਕਿਆ ਵਾ ਕਿ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਬਿਨਾਂ ਦੇਰੀ ਕੀਤਿਆਂ ਉਹਨੂੰ ਤੁਰੰਤ ਹੱਲ ਕਰਨ ਵੱਲ ਵਧੇ। ਸੋ ਇਹ ਚੀਜ਼ਾਂ ਇਹਨਾਂ ਨੇ ਕਹੀਆਂ ਨੇ। ਬਾਕੀ ਤੇ ਸਭ ਕੁਛ ਆ ਜਿਹੜਾ ਉਹ ਤੁਹਾਡੇ ਸਾਹਮਣੇ ਆ ਕਿ ਮਹਾਪੰਚਾਇਤਾਂ ਦਾ ਪੰਜਾਬ ਦੇ ਵਿੱਚ ਸਿਲਸਿਲਾ ਰੋਕ ਦਿੱਤਾ ਗਿਆ, ਦੂਜੇ ਦੇਸ਼ ਦੇ ਵਿੱਚ ਵਧਾ ਦਿੱਤਾ ਗਿਆ। ਦੂਜੇ ਦੇਸ਼ ਤੋਂ ਭਾਵ ਦੂਜੇ ਇਲਾਕਿਆਂ ਦੇ ਵਿੱਚ ਇਹ ਸਿਲਸਿਲਾ ਜਿਹੜਾ ਤੇਜ਼ੀ ਨਾਲ ਵਧੇਗਾ। ਕੁਛ ਹੋਰ ਨਿੱਕਾ ਦੁੱਕਾ ਪੋਜੀਸ਼ਨ ਨੇ ਇਸ ਮਾਮਲੇ ਦੇ ਵਿੱਚ। ਦਿੱਲੀ ਮੋਰਚੇ ਤੋਂ ਘਰ ਪਰਤ ਰਹੇ ਸੀਗੇ ਘੁੱਦਾ ਪਿੰਡ ਦੇ ਦੋ ਕਿਸਾਨ। ਘੁੱਦਾ ਪਿੰਡ ਹੈ ਜਿਹੜਾ ਬਾਦਲ ਪਿੰਡ ਤੋਂ ਥੋੜ੍ਹਾ ਜਿਹਾ ਅੱਗੇ ਜਾਈਏ, ਜਦੋਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ, ਤਾਂ ਉਹਦੇ 2 ਕਿਸਾਨ ਜਿਹੜੇ ਸੀਗੇ ਆਪਸ ਵਿੱਚ ਸ਼ਹੀਦ ਹੋ ਗਏ। ਇਸ ਤੋਂ ਇਲਾਵਾ ਸਿੰਘੂ ਬਾਰਡਰ 'ਤੇ ਕੰਡਿਆਲੀ ਤਾਰ ਵੀ ਕਹਿੰਦੇ ਆ ਕਿ ਹੁਣ ਜਿਹੜੀ ਵਾਰਡਬੰਦੀ ਆ ਉਹ ਕਾਫੀ ਸੰਘਣੀ ਕੀਤੀ ਜਾ ਰਹੀ ਆ। ਜਿਵੇਂ ਜਿਵੇਂ ਗਿਣਤੀ ਘੱਟ ਰਹੀ ਹੈ, ਥੋੜ੍ਹੀ ਗਿਣਤੀ ਤੁਹਾਨੂੰ ਪਤਾ ਹੀ ਹੈ ਵੱਖ ਵੱਖ ਕਾਰਨਾਂ ਕਰਕੇ ਘੱਟ ਰਹੀ ਹੈ ਕਿਸਾਨਾਂ ਦੀ, ਨੋ ਡਾਊਟ,
ਤਾਂ ਉੱਥੇ ਉਨੀ ਜ਼ਿਆਦਾ ਫੋਰਸ ਵਧਾਈ ਜਾ ਰਹੀ ਹੈ ਜਾਂ ਵਾਰਡਬੰਦੀ ਜਿਹੜੀ ਹੈ, ਤਾਰਬੰਦੀ ਜਿਹੜੀ ਹੈ ਜ਼ਿਆਦਾ ਕੀਤੀ ਜਾ ਰਹੀ ਹੈ। ਪਤਾ ਨਹੀਂ ਕੀ ਮਨਸ਼ਾ ਹੈ। ਦੂਜੀ ਚੀਜ਼ ਜਿਹੜੀ ਅੱਜ ਹੋਈ ਆ ਉਹ ਇਹ ਹੋਈ ਆ ਕਿ ਇੱਕ ਗੋਦੀ ਮੀਡੀਆ ਦਾ ਜਿਹਨੂੰ ਚੈਨਲ ਕਹਿੰਦੇ ਆ, ਉਹਦਾ ਇੱਕ ਪੱਤਰਕਾਰ ਇਹਨਾਂ ਨੇ ਫੜ ਲਿਆ, ਇੱਕ ਉਹਦਾ ਕੈਮਰਾਮੈਨ ਫੜ ਲਿਆ, ਜਿਹੜੇ ਕਿ ਆਪਸ ਦੇ ਵਿੱਚ ਸੰਪਰਕ ਕਰ ਰਹੇ ਸੀਗੇ ਵਾਇਆ WhatsApp ਚੈਟ ਕਰ ਰਹੇ ਸੀਗੇ ਕਿ ਆਪਾਂ ਕਾਂਡ ਕਰਨਾ। ਪਤਾ ਨਹੀਂ ਕਿਹੜਾ ਕਾਂਡ ਕਰਨਾ ਉਹਨਾਂ ਨੇ। ਪੱਤਰਕਾਰਾਂ ਦੀ ਭਾਸ਼ਾ ਵੀ ਅੱਜ ਕੱਲ ਗੁੰਡਿਆਂ ਵਰਗੀ ਹੋ ਗਈ ਹੈ ਨਾ, ਕਾਂਡ ਕਰਨਾ। ਉਹ ਮਤਲਬ ਕਿ ਇਸ ਤਰ੍ਹਾਂ ਦੇ ਵਿਜ਼ੂਅਲ ਲੈਣੇ ਸੀਗੇ ਉਹਨਾਂ ਨੇ, ਇਸ ਤਰ੍ਹਾਂ ਦੀ ਫੁਟੇਜ ਹਾਸਲ ਕਰਨੀ ਸੀਗੀ ਕਿ ਲੰਗਰ ਖਾਲੀ ਪਿਆ ਜੀ, ਇੱਥੋਂ ਟੈਂਟ ਖਾਲੀ ਪਏ ਆ, ਮਤਲਬ ਕਿ ਜਿੱਦਾਂ ਕਹਿ ਲਓ ਕਿ ਕਰਨੀ ਰਿਪੋਰਟਿੰਗ, ਨੈਗੇਟਿਵ ਰਿਪੋਰਟਿੰਗ ਕਹਿੰਦੇ ਇਹਨੂੰ। ਜੇ ਪੱਤਰਕਾਰਤਾ ਦੀ ਭਾਸ਼ਾ 'ਚ ਤੁਸੀਂ ਡਿਫਾਈਨ ਕਰਨਾ ਹੋਵੇ ਤਾਂ ਇਹਨੂੰ ਪੱਤਰਕਾਰਾਂ ਦੀ ਵੀ ਹਰੇਕ ਦੀ ਨਾ ਇੱਕ ਬੋਲੀ ਹੁੰਦੀ ਆ, ਜਿਵੇਂ ਜੇਬ ਕਤਰੇ ਆ, ਉਹ ਜੇਬ ਕਤਰਿਆਂ ਦੀ ਇੱਕ ਅੱਡ ਭਾਸ਼ਾ ਆਪਸ 'ਚ ਗੱਲ ਕਰੂਗੇ ਤੁਹਾਨੂੰ ਪਤਾ ਨਹੀਂ ਲੱਗਣਾ। ਅਸੀਂ ਜੇਲ੍ਹ ਦੇ ਵਿੱਚ ਸੁਣ ਕੇ ਹੈਰਾਨ ਹੁੰਦੇ ਸੀ, ਉਹ ਪੈਸਿਆਂ ਨੂੰ ਫੁੱਟੀਆਂ ਕਹਿੰਦੇ ਨੇ, ਫੁੱਟੀਆਂ ਕਿੰਨੀਆਂ ਫੁੱਟੀਆਂ, ਉਹ ਆਪਣੇ ਵਰਗਾ ਸਮਝ ਹੀ ਨਹੀਂ ਸਕਦਾ, ਉਹ ਇਸ ਤਰ੍ਹਾਂ ਕਟਵੇ ਆਪਣੀ ਬੋਲੀ ਬੋਲਦੇ ਆ। ਤਾਂ ਉਹ ਇਸ ਤਰ੍ਹਾਂ ਹਰੇਕ ਦੀ ਬੋਲੀ ਆਪੋ ਆਪਣੀ। ਤਾਂ ਹੁਣ ਜਿੱਦਾਂ ਇੱਥੇ ਤੁਸੀਂ ਦੇਖੋਗੇ ਤਾਂ ਪੱਤਰਕਾਰਾਂ ਦੀ ਵੀ ਆਪਣੀ ਬੋਲੀ ਆ। ਇਹਨੂੰ ਨੈਗੇਟਿਵ ਰਿਪੋਰਟਿੰਗ ਦੇਵਾਂਗੇ ਆਪਾਂ ਪੱਤਰਕਾਰਤਾ ਦੀ ਭਾਸ਼ਾ ਦੇ ਵਿੱਚ, ਕਿ ਤੁਸੀਂ ਉੱਥੋਂ ਨੈਗੇਟਿਵ ਚੀਜ਼ਾਂ ਚੁਣਨੀਆਂ ਨੇ, ਇਕੱਲੀਆਂ ਉਹੀ ਰਿਪੋਰਟ ਕਰਨੀਆਂ ਨੇ। ਤਾਂ ਉਹਨੂੰ ਬੋਲਦੇ ਆ ਨਕਾਰਾਤਮਕ ਰਿਪੋਰਟਿੰਗ। ਤਾਂ ਇਹਨਾਂ ਨੇ ਉਹ ਕਰਨਾ ਸੀਗਾ, ਪਰ ਉਹ ਜਿਸ ਤਰੀਕੇ ਨਾਲ ਸ਼ੱਕ ਹੋਇਆ, ਫਿਰ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ 'ਚ ਆ ਕੇ ਉਹ ਜਿਹੜਾ ਪੱਤਰਕਾਰ ਸੀ, ਤੇ ਇਸ ਤਰ੍ਹਾਂ ਪੱਤਰਕਾਰ ਹੁੰਦੇ ਤੁਹਾਨੂੰ ਪਤਾ ਨੈਸ਼ਨਲ ਚੈਨਲਾਂ ਦੇ, ਉਹਨੇ ਕਿਹਾ ਕਿ ਇਹਨਾਂ ਨੇ ਮੇਰੇ ਥੱਪੜ ਵੀ ਮਾਰਿਆ, ਤੇ ਨਾਲੇ ਉਹਨੇ ਕਿਹਾ ਕਿ ਮੈਂ ਪਹਿਲਾਂ ਤਾਂ ਮੰਨਦਾ ਨਹੀਂ ਸੀਗਾ ਕਾਂਡ, ਕਹਿੰਦਾ ਮੈਂ ਸਧਾਰਨ ਸੈਂਸ ਦੇ ਵਿੱਚ ਕਿਹਾ। ਫਿਰ ਉਹਨੇ ਮਾਫੀ ਮੰਗੀ, ਪਤਾ ਨਹੀਂ ਹੁੰਦਾ ਕੀ ਬਣਿਆ, ਕਾਫੀ ਰੌਲਾ ਉਹਦਾ ਪਿਆ ਸੀਗਾ ਦੁਪਹਿਰੇ। ਇੱਕ ਹੋਰ ਖਬਰ ਬੜੀ ਜ਼ਿਆਦਾ ਅੱਜ ਚਰਚਿਤ ਹੋਈ ਸੀ ਤੜਕੇ, ਅੱਜ ਸਭ ਡੁੱਬ ਗਈ ਆ। ਉਹ ਕਹਿੰਦੇ ਕਿ ਕਿਸੇ ਸ਼ਖਸ ਨੇ ਉਹ ਪਹਿਲਾਂ ਤਾਂ ਕਾਰ ਭਜਾਈ, ਫਿਰ ਉਸ ਤੋਂ ਬਾਅਦ ਉਹਨੇ ਕਾਰ ਰੋਕ ਕੇ ਸਕੂਟੀ ਭਜਾ ਲਈ। ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ, ਉਹਨੇ ਹਮਲਾ ਕੀਤਾ ਕਿਰਪਾਨ ਦੇ ਨਾਲ, ਕਿਉਂਕਿ ਕੋਈ ਨਿਹੰਗ ਸਿੰਘ ਬਾਣੇ ਦੇ ਵਿੱਚ ਸੀਗਾ ਨੌਜਵਾਨ, ਤੇ ਉਹਦੇ ਕਰਕੇ SHO ਨੂੰ ਸੱਟ ਲੱਗੀ ਹੈ। ਹੁਣ ਦੇਖੋ, ਪਹਿਲਾਂ ਕਿਹਾ ਗਿਆ ਕਿ ਹਰਿਆਣੇ ਦਾ ਨੌਜਵਾਨ, ਫਿਰ ਕਹਿੰਦੇ ਪੰਜਾਬ ਦਾ, ਬਾਅਦ ਦੇ ਵਿੱਚ ਕੁਛ ਅਖਬਾਰਾਂ ਨੇ ਕਿਹਾ ਕਿ ਹਰਿਆਣੇ ਦਾ ਹੀ ਆ। ਪਤਾ ਨਹੀਂ ਉਹਦਾ ਕੀ ਬਣਿਆ, ਕੀ ਪਰਚਾ ਹੋਇਆ। ਵੈਸੇ FIR ਤਾਂ ਕੱਢ ਦਿੱਤੀ ਗਈ ਸੀਗੀ। ਇਹ ਚੀਜ਼ ਵੇਖਣ ਦੀ ਜ਼ਰੂਰਤ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਕੌਣ ਆ, ਕੋਈ ਬਾਣਾ ਪਾ ਕੇ ਐਵੇਂ ਹੀ ਨਾ ਇੱਧਰ ਉੱਧਰ ਬਣ ਜਾਵੇ। ਕਿ ਸਾਡੇ ਲੋਕ ਤੇ ਜਜ਼ਬਾਤੀ ਹੋ ਜਾਂਦੇ ਨਾ ਬਾਣਾ ਵੇਖ ਕੇ, ਕਿ ਨਹੀਂ ਇਹ ਨਹੀਂ ਜੀ ਇਸ ਤਰ੍ਹਾਂ ਕਰ ਸਕਦਾ, ਇਹ ਤਾਂ ਸੱਚਾ ਹੀ ਹੋਊਗਾ। ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਕੌਣ ਹੈ, ਉਹਦਾ ਕੀ ਬੈਕਗਰਾਉਂਡ ਹੈ। ਦੂਜੀ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਉਸ ਸ਼ਖਸ ਨੇ ਕੀਤਾ, ਕਿ ਤੁਹਾਡੇ ਕੋਲ ਤੇ ਨਵਰੀਤ ਦੇ ਟਰੈਕਟਰ ਦਾ ਵੀ ਉਹ ਫੁਟੇਜ ਹੈਗਾ ਸੀਗਾ ਨਾ, ਪੈਰ ਤੇ ਤੁਹਾਡੇ ਕੋਲ CCTV ਕੈਮਰੇ ਆ, ਤੁਹਾਨੂੰ ਉਹਦੀ ਫੁਟੇਜ ਵੀ ਵਿਖਾਉਣੀ ਚਾਹੀਦੀ ਹੈ ਕਿ ਕਿੱਥੋਂ ਕਾਰ ਲੈ ਕੇ ਭੱਜ ਰਿਹਾ ਸੀ, ਕਿਤੇ ਤੁਸੀਂ ਰਾਉਂਡ ਅਪ ਕੀਤਾ, ਕਿਤੇ ਸਕੂਟੀ ਉਹਨੇ ਭਜਾਈ ਵਗੈਰਾ ਵਗੈਰਾ। ਉਹ ਸਾਰੀਆਂ ਗੱਲਾਂ ਕਿਸੇ ਨਾ ਕਿਸੇ ਕੈਮਰੇ 'ਚ ਆਈਆਂ ਹੁੰਦੀਆਂ। ਪੈਰ ਤੇ ਤੁਸੀਂ ਇੱਕ ਕੈਮਰੇ ਲਾਏ ਆ, ਖਾਸ ਤੌਰ 'ਤੇ ਆ ਜਿਹੜਾ ਟਿਕਰੀ ਵਾਲਾ ਬਾਰਡਰ ਆ, ਉੱਥੇ ਤੇ ਬੀਬੀਆਂ ਦੇ ਵੀ ਕੈਮਰੇ ਫਿੱਟ ਕਰ ਰੱਖੇ ਜਿੱਥੇ ਲੰਗਰ ਵਗੈਰਾ ਪਕਾਉਂਦੀਆਂ ਨੇ। ਜੀ ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਭਾਰਤ ਦੇ ਗ੍ਰਹਿ ਮੰਤਰਾਲੇ ਨੇ ਭਲਕੇ ਪਾਕਿਸਤਾਨ ਨੂੰ ਜਾਣ ਵਾਲੇ ਸਿੱਖ ਯਾਤਰੀ ਜਥੇ ਨੂੰ ਨਹੀਂ ਦਿੱਤੀ ਮਨਜ਼ੂਰੀ। ਨਹੀਂ ਜੀ, ਇਹ ਤਾਂ ਬਹੁਤ ਮੈਂ ਕਹੂੰਗਾ ਕਿ ਗਲਤ ਗੱਲ ਹੈ। ਹੁਣ ਪਤਾ ਨਹੀਂ ਮਿਨਿਸਟਰੀ ਇਹਦੇ ਬਾਰੇ ਦੱਸੂਗੀ ਕੀ ਅੜਿੱਕਾ ਰਿਹਾ, ਪਰ ਮੇਰੇ ਖਿਆਲ ਦੇ ਨਾਲ ਜੇ ਐਜੀਟੇਸ਼ਨ ਕਰਕੇ, ਸਿੱਖਾਂ ਕਰਕੇ, ਜਾਂ ਕਿਸੇ ਵੀ ਹੋਰ ਕਾਰਨ ਕਰਕੇ, ਸਿਆਸੀ ਕਾਰਨ ਕਰਕੇ ਇਸ ਤਰ੍ਹਾਂ ਕੀਤਾ ਗਿਆ ਤਾਂ ਬਹੁਤ ਸ਼ਰਮਨਾਕ ਗੱਲ ਆ, ਬਹੁਤ ਮਾੜੀ ਗੱਲ ਆ। ਕਿਉਂਕਿ ਇਸ ਤਰ੍ਹਾਂ ਦੀ ਰੁਕਾਵਟ ਨਹੀਂ ਆਉਣੀ ਚਾਹੀਦੀ, ਚਾਹੇ ਉਹ ਹੱਜ ਦਾ ਮਸਲਾ ਹੋਵੇ, ਚਾਹੇ ਕਿਸੇ ਨੇ ਹਿੰਦੂ ਕਿਸੇ ਤੀਰਥ ਸਥਾਨ 'ਤੇ ਜਾਣਾ, ਚਾਹੇ ਦੇਸ਼ਾਂ ਦੀ ਦੁਸ਼ਮਣੀ ਜਿਹੋ ਜਿਹੀ ਮਰਜ਼ੀ ਹੋਵੇ। ਤਾਂ ਆਸਥਾ ਦਾ ਜਿਹੜਾ ਕਹਿ ਲਓ ਕਿ ਲਗਾਵ ਹੈ, ਉਹ ਲੋਕਾਂ ਦਾ ਜਿਹੜਾ ਉਹ ਰਹਿਣਾ ਚਾਹੀਦਾ, ਉਹਦੇ 'ਤੇ ਖੁੱਲ੍ਹ ਰਹਿਣੀ ਚਾਹੀਦੀ। ਮੈਂ ਤਾਂ ਕਲਚਰਲ ਖੁੱਲ੍ਹ ਵੀ ਮੰਗਦਾ, ਮੈਂ ਤਾਂ ਕਹਿੰਦਾ ਕਿ ਸਪੋਰਟਸ ਵਾਲੀ ਸਾਂਝ ਵੀ ਰਹਿਣੀ ਚਾਹੀਦੀ ਹੈ। ਘੱਟੋ ਘੱਟ ਲੋਕਾਂ ਦੇ ਵਿੱਚ ਤੇ ਉਹ ਜ਼ਹਿਰ ਨਾ ਭਰਿਆ ਜਾਵੇ ਜਿਹੜਾ ਤੁਸੀਂ ਭਰਨ ਦਾ ਕੋਸ਼ਿਸ਼ ਯਤਨ ਕਰ ਰਹੇ ਹੋ ਤੁਸੀਂ। ਖੈਰ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਵੀ ਆਇਆ, ਜਿਹਦੇ 'ਤੇ ਉਹਨਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਸਿੱਖਾਂ ਦੀ ਆਸਥਾ 'ਤੇ ਹਮਲਾ ਕੀਤਾ ਗਿਆ। ਸੋ ਹੁਣੇ ਇਹ ਖਬਰ ਆਈ ਆ, ਕਹਿੰਦੇ ਆ ਕਿ ਸਿਕਿਉਰਿਟੀ ਅਤੇ ਸੇਫਟੀ ਦੇ ਨਾਂ ਦੇ ਵਿੱਚ ਜਥੇ ਨੂੰ ਉੱਧਰ ਘੱਲਣ ਤੋਂ ਇਹਨਾਂ ਨੇ ਮਨਾਹੀ ਕਰ ਦਿੱਤੀ ਹੈ। ਭਾਵ ਜੋ ਵੀ ਪਰਮਿਸ਼ਨ ਦੇਣੀ ਸੀ ਉਹ ਸਭ ਜਿਹੜੀ
ਮਿੰਟੂ ਜੀ ਆਵਾਜ਼ ਜਿਹੜੀ ਆ ਤੁਹਾਡੀ ਨਹੀਂ ਆ ਰਹੀ ਅਤੇ ਸੋ ਤੋਂ ਇੱਦਾਂ ਹੀ ਜੁੜੇ ਰਹੋ। ਥੋੜ੍ਹੀ ਜਿਹੀ ਗੱਲਬਾਤ ਆਪਣੀ ਜਿਹੜੀ ਵਿੱਚ ਮਿਸ ਰਹਿ ਗਈ ਆ ਅਤੇ ਆਪਾਂ ਉਸ ਨੂੰ ਕੰਪਲੀਟ ਕਰਨ ਦੀ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੀ ਮਿੰਟੂ ਜੀ ਥੋੜੀ ਟੈਕਨੀਕਲ ਪ੍ਰੋਬਲਮ ਕਰਕੇ ਲਾਈਨ ਡ੍ਰੌਪ ਹੋ ਗਈ ਸੀਗੀ ਜੀ। ਹਾਂਜੀ ਹਾਂਜੀ, ਮੈਂ ਇਹੀ ਗੱਲ ਕਰ ਰਿਹਾ ਸੀਗਾ ਕਿ ਸਿਕਿਉਰਿਟੀ ਤੇ ਸੇਫਟੀ ਦੇ ਨਾਮ ਤੇ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਤੇ ਮੇਰੇ ਖਿਆਲ ਦੇ ਨਾਲ ਨਹੀਂ ਇੱਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇ ਆਪਾਂ ਸਿੱਖ ਯਾਤਰਾਵਾਂ ਦਾ ਇਤਿਹਾਸ ਵੇਖੀਏ, ਜੇ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਦਈਏ, ਚਾਹੇ ਦੋਨਾਂ ਮੁਲਕਾਂ 'ਚ ਜਿੰਨੀ ਮਰਜ਼ੀ ਕਿਸੇ ਦੀ ਉਦੋਂ ਕਰਤਰ ਹੋਵੇ, ਕੋਈ ਇਹੋ ਜਿਹਾ ਨਹੀਂ ਹੈ, ਕਿਉਂਕਿ ਚੜ੍ਹਦੇ ਲਹਿੰਦੇ ਪੰਜਾਬ ਦੀ ਸਾਂਝ ਬੜੀ ਸਿੱਧੀ ਆ, ਬਹੁਤ ਤਗੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਕੀਰੀ ਹੈ ਇਹਨਾਂ ਦੀ। ਇਸ ਮਾਮਲੇ ਦੇ ਵਿੱਚ ਨਹੀਂ ਸੀ ਇੱਦਾਂ ਕਰਨਾ ਚਾਹੀਦਾ। ਪਤਾ ਨਹੀਂ ਕੀ ਵਾਪਰਿਆ, ਹੁਣ ਕਿੱਥੇ ਮੁੱਕ ਆ ਇਹਦੀਆਂ ਚੀਜ਼ਾਂ ਜਿਹੜੀਆਂ ਉਹ ਗਲਤ ਕਰਾ ਰਹੀਆਂ ਇਸ ਮਸਲੇ ਨੂੰ, ਪਰ ਬਹੁਤ ਗਲਤ ਹੈ, ਕਿਉਂਕਿ ਦੇਖੋ ਪਹਿਲਾਂ ਹੀ ਨਿਰਾਸ਼ਾ ਹੈ ਸਿੱਖਾਂ ਦੇ ਵਿੱਚ ਸੈਂਟਰ ਪ੍ਰਤੀ, ਤਾਂ ਇਸ ਤਰ੍ਹਾਂ ਇੱਕ ਆਸਥਾ ਵਾਲੇ ਮਸਲੇ ਤੇ ਜੇ ਤੁਸੀਂ ਇੱਦਾਂ ਦਾ ਫੈਸਲਾ ਲਵੋਗੇ, ਹਾਲਾਂਕਿ ਤੁਸੀਂ ਲੈ ਸਕਦੇ ਹੋ ਸਿਕਿਉਰਿਟੀ ਸੇਫਟੀ ਦੇ ਨਾਮ ਤੇ, ਪਰ ਕਿਤੇ ਨਾ ਕਿਤੇ ਦਾ ਮੈਸੇਜ ਬਹੁਤ ਰੌਂਗ ਜਾਏਗਾ। ਜੀ ਜੀ ਬਿਲਕੁਲ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਜੇ ਆਪਾਂ ਗੱਲ ਕਰ ਲਈਏ, ਪੰਜਾਬ ਹਰਿਆਣਾ ਦੇ ਦਾਗੀ ਨੇਤਾਵਾਂ ਦੇ ਲਈ ਬਣਨਗੀਆਂ ਨਵੀਆਂ ਅਦਾਲਤਾਂ। ਹਾਂਜੀ ਦੇਖੋ, ਜਿਹੜਾ ਮਸਲਾ ਸੀ ਸੁਪਰੀਮ ਕੋਰਟ 'ਚ ਗਿਆ ਸੀਗਾ, ਉਸ ਟਾਈਮ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿੱਥੇ ਜਿੱਥੇ ਵੀ ਕੇਸਾਂ 'ਤੇ ਕੋਈ ਸਟੇ ਹੈਗਾ 2 ਮਹੀਨਿਆਂ ਦੇ ਅੰਦਰ ਅੰਦਰ ਟ੍ਰਾਇਲ ਸ਼ੁਰੂ ਕਰਾਓ ਤੇ ਉਸ ਤੋਂ ਇਲਾਵਾ ਫਾਸਟ ਟਰੈਕ ਕੋਰਟਾਂ ਦਾ ਗਠਨ ਕਰੋ। ਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਵਾਸਤੇ ਹਾਈ ਕੋਰਟ ਨੇ ਨੋਟਿਸ ਕਰ ਦਿੱਤਾ ਤਾਂ ਜਲਦੀ ਫਾਸਟ ਟਰੈਕ ਕੋਰਟ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ, ਕਿਉਂਕਿ ਆਪਣੇ ਵੀ ਉੱਥੇ ਦੇਖੀਏ ਕੁਛ MLA ਕੁਛ MP ਐਸੇ ਹੈਗੇ ਆ ਜਿਨ੍ਹਾਂ 'ਤੇ ਕ੍ਰਿਮੀਨਲ ਕੇਸ ਫਾਈਲ ਆ। ਜਿੱਦਾਂ ਲਾ ਲਓ ਕਿ ਵੈਸੇ ਤਾਂ ਉਦੋਂ ਮੇਰੇ ਖਿਆਲ ਨਾਲ ਜੋ ਮੈਂ ਭੁੱਲਦਾ ਨਹੀਂ ਹੈ, ਤੇ 4442 ਕੇਸ ਸੀਗੇ ਜਿਹੜੇ MP ਤੇ MLA ਦੇ ਖਿਲਾਫ ਸੀਗੇ, ਔਰ ਸਭ ਤੋਂ ਜਿਹੜਾ ਓਲਡੈਸਟ ਸੀਗਾ ਉਹ ਸੀਗਾ ਵਿਰਸਾ ਸਿੰਘ ਵਲਟੋਹਾ ਦਾ ਮਾਮਲਾ, ਡਾਕਟਰ ਪ੍ਰੇਮ ਵਾਲਾ ਮਾਮਲਾ, ਔਰ ਉਹਦੀ ਕਾਫੀ ਜ਼ਿਆਦਾ ਚਰਚਾ ਹੋਈ ਸੀਗੀ। ਤਾਂ ਇੱਥੇ ਵੀ ਕੁਛ ਹੈਗੇ ਆ ਇਹੋ ਜਿਹੇ ਮਾਮਲੇ, ਤਾਂ ਉਹਨਾਂ ਨੂੰ ਜਲਦੀ ਜਲਦੀ ਨਿਬੇੜਨ ਦੇ ਵਾਸਤੇ ਇਹਨਾਂ ਕੋਰਟਾਂ ਦਾ ਹੁਣ ਗਠਨ ਹੈ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇਗਾ। ਜੀ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤੇ ਉੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।